ਹਾਂਜੀ ਬੇਟੇ, ਅੱਜ ਆਪਾਂ ਜਿਹੜਾ ਚੈਪਟਰ ਸਟਾਰਟ ਕਰਨ ਲੱਗੇ ਆ, ਚੈਪਟਰ ਦਾ ਨਾਮ ਹੈ ਕਮਰਸ਼ੀਅਲ ਮੈਥਮੈਟਿਕਸ। ਅਗਰ ਵੈਸੇ ਇਹਦਾ ਸਹੀ ਨਾਮ ਹੋਣਾ ਚਾਹੀਦਾ ਰੇਸ਼ੋ ਐਂਡ ਪ੍ਰੋਪੋਰਸ਼ਨਸ। ਇਹਦੇ ਚ ਮੋਸਟਲੀ ਰੇਸ਼ੋ ਪ੍ਰੋਪੋਰਸ਼ਨ ਡਿਸਕਸ ਕੀਤਾ ਗਿਆ ਜਾਂ ਪਰਸੈਂਟੇਜ ਦੀ ਗੱਲ ਕੀਤੀ ਗਈ ਹੈ। ਠੀਕ ਹੈ, ਤਾਂ ਸਭ ਤੋਂ ਪਹਿਲੇ ਚੈਪਟਰ ਸਟਾਰਟ ਕਰਨ ਤੋਂ ਪਹਿਲੇ ਕੁਐਸਚਨ ਸਟਾਰਟ ਕਰਨੇ ਬਹੁਤ ਈਜ਼ੀ ਹੁੰਦੇ ਆ, ਕੁਐਸਚਨਸ ਨੂੰ ਸਮਝਣਾ ਵੀ ਬਹੁਤ ਈਜ਼ੀ ਹੁੰਦਾ ਹੈ। ਮੇਨ ਗੱਲ ਹੁੰਦਾ ਹੈ ਕਿ ਜੋ ਚੈਪਟਰ ਦਾ ਨੇਮ ਹੈ ਨਾ, ਉਸ ਨੇਮ ਨੂੰ ਅੰਡਰਸਟੈਂਡ ਕਰਨਾ ਵੀ ਜੇ ਰੇਸ਼ੋ ਹੈ ਤਾਂ ਰੇਸ਼ੋ ਦਾ ਮੀਨਿੰਗ ਕੀ ਹੈ, ਪ੍ਰੋਪੋਰਸ਼ਨ ਹੈ ਤਾਂ ਪ੍ਰੋਪੋਰਸ਼ਨ ਦਾ ਮੀਨਿੰਗ ਕੀ ਹੈ। ਇਜ਼ ਦੈਟ ਕਲੀਅਰ? Yes, sir. ਫਸਟ ਆਫ ਆਲ what we shall discuss about, ਸਭ ਤੋਂ Yes, ਪਹਿਲੇ sir. ਆਪਾਂ ਰੇਸ਼ੋ ਦੀ ਗੱਲ ਕਰਾਂਗੇ ਕਿ ਰੇਸ਼ੋ ਹੁੰਦਾ ਕੀ ਹੈ। ਇਹ ਤਾਂ ਤੁਹਾਨੂੰ ਸਭ ਨੂੰ ਪਤਾ ਹੈ ਕਿ ਰੇਸ਼ੋ ਨੂੰ ਲਿਖਣ ਦਾ ਤਰੀਕਾ ਕੀ ਹੁੰਦਾ ਹੈ, 1:2। ਦੋ ਡੋਟਸ ਲਗਾ ਕੇ ਨਾ 1:2, ਇਹਨੂੰ 1:2 ਵੀ ਬੋਲ ਦਿੰਦੇ ਆ, ਜਾਂ 2:3, ਕੋਈ ਵੀ ਰੇਸ਼ੋ ਹੋ ਸਕਦੀ ਹੈ। ਸਪੋਜ਼ ਕਰੋ 2:3 ਹੋ ਗਿਆ, 1:3 ਹੋ ਗਿਆ, ਹਨਾ, 1:1। ਠੀਕ ਹੈ, ਤਾਂ ਕੁਐਸਚਨ ਇਹ ਰਾਈਜ਼ ਹੁੰਦਾ ਹੈ ਕਿ ਇਹ ਰੇਸ਼ੋ ਦੀ ਲੋੜ ਕਿਉਂ ਪਈ ਤੇ ਰੇਸ਼ੋ ਦਾ ਮੀਨਿੰਗ ਕੀ ਹੁੰਦਾ ਹੈ। ਆਈ ਰਿਪੀਟ ਦਿਸ ਥਿੰਗ, ਕੁਐਸਚਨ ਇਹ ਰਾਈਜ਼ ਹੁੰਦਾ ਹੈ ਕਿ ਰੇਸ਼ੋ ਦੀ ਜ਼ਰੂਰਤ ਕਿਉਂ ਪਈ ਤੇ ਰੇਸ਼ੋ ਦਾ ਮੀਨਿੰਗ ਕੀ ਹੁੰਦਾ ਹੈ। ਮੰਨ ਲਓ ਤੁਹਾਡੇ ਪਾਪਾ ਨੇ ਤੁਹਾਨੂੰ, ਤੁਸੀਂ ਦੋ, ਮਨਵੀਰ ਤੁਸੀਂ ਕਿੰਨੇ ਭੈਣ ਭਰਾ ਹੋ? सर मेरा एक छोटा भरा है। ਤੇ ਜੈਦੀਪ ਦੋ ਬ੍ਰਦਰ ਹੋ ਤੁਸੀਂ ਵੀ? यस सर। ਵਧੀਆ, ਐਗਜ਼ਾਮਪਲ ਸਹੀ ਬੈਠ ਜਾਏਗੀ, ਐਗਜ਼ਾਮਪਲ ਸਹੀ ਬੈਠ ਜਾਏਗੀ। ਸ਼ਨਾਇਆ ਦਾ ਬ੍ਰਦਰ ਵੀ ਛੋਟਾ ਹੈ, ਠੀਕ ਹੈ, ਉਹ ਜ਼ਿਆਦਾ ਛੋਟਾ ਹੈ। ਸਪੋਜ਼ ਕਰੋ ਤੁਹਾਡੇ ਪਾਪਾ ਨੇ ਤੁਹਾਨੂੰ, ਵੱਡੇ ਬ੍ਰਦਰ ਨੂੰ ਜਾਂ ਵੱਡੀ ਸਿਸਟਰ ਨੂੰ, ਸ਼ਨਾਇਆ ਨੂੰ 30 ਰੁਪੀਜ਼ ਦੇਤੇ, ਠੀਕ ਹੈ, ਤੇ ਫਿਰ ਚਲੇ ਗਏ ਬਾਹਰ, ਕਹਿੰਦੇ ਇਹ 30 ਰੁਪੀਜ਼ ਸ਼ਨਾਇਆ ਕੱਲੇ ਤੇਰੇ ਨਹੀਂ ਹੈ, ਜੈਦੀਪ ਤੇਰੇ ਨਹੀਂ ਹੈ, ਆਪਦੇ ਬ੍ਰਦਰ ਨੂੰ ਵੀ ਦੇ ਦੇਣੇ ਆ, ਛੋਟੇ ਨੂੰ ਵੀ ਦੇ ਦੇਣੇ ਆ, ਤੁਹਾਡੇ ਦੋਨਾਂ ਦੇ ਮਿਲਾ ਕੇ ਹੈ, ਪਰ ਇਹ ਨਹੀਂ ਦੱਸਿਆ ਵੀ ਕਿੰਨੇ ਕਿੰਨੇ ਰੁਪਏ ਦੇਣੇ ਆ, ਉਹਨੂੰ ਕਿੰਨੇ ਦੇਣੇ ਤੇ ਆਪ ਕਿੰਨੇ ਦੇਣੇ। ਹੁਣ ਤੁਸੀਂ ਕਹੋਗੇ ਮੈਂ ਤਾਂ ਵੱਡਾ, ਮੇਰੇ ਕੋਲ ਜ਼ਿਆਦਾ ਆਣੇ ਚਾਹੀਦੇ, ਛੋਟੇ ਕੋਲ ਛੋਟੇ ਜਾਣੇ ਚਾਹੀਦੇ ਹੈ। सर इक्वल। ਹੈ सर इक्वल सर 15 होने चाहिए। ਮੰਨ ਲਓ ਤੁਹਾਡੇ ਮਨ ਚ ਆ ਜੇ, ਤੁਸੀਂ ਕਿਹੜਾ ਸਿਆਣੇ ਹੋ, ਮਨ ਚ ਤਾਂ ਚੋਰ ਹੁੰਦਾ ਹੀ ਆ ਸਾਰਿਆਂ ਦੇ, ਤੁਹਾਡੇ ਮਨ ਚ ਵੀ ਚੋਰ ਹੈਗਾ। ਤੁਸੀਂ ਕੀ ਕੀਤਾ ਜੀ, ਆਪਦੇ ਛੋਟੇ ਬ੍ਰਦਰ ਨੂੰ ਦੇਤਾ 1 ਰੁਪਿਆ ਤੇ 29 ਰੁਪੀਜ਼ ਮੇਰੇ ਹੋ ਗਏ, ਲਓ ਜੀ 30 ਰੁਪੀਜ਼ ਕੰਪਲੀਟ ਹੋ ਗਏ ਨਾ। ਹੈ, ਤਾਂ ਉਹਨੂੰ ਜਿਹੜਾ ਸ਼ਨਾਇਆ ਵਾਲਾ ਛੋਟਾ ਆ ਨਾ, ਉਹਨੂੰ ਵਿਚਾਰੇ ਨੂੰ ਕੀ ਪਤਾ, ਉਹ ਤਾਂ 1 ਰੁਪਿਆ ਰੱਖ ਲੇਗਾ ਚੁੱਪ ਕਰਕੇ, ਪਰ ਤੁਹਾਡੇ ਵਾਲਾ 1 ਰੁਪਿਆ ਥੋੜੀ ਨਾ ਰੱਖੇਗਾ। ਹੈ, ਉਹਨੂੰ ਤਾਂ ਪਤਾ 1 ਰੁਪਏ ਤਾਂ ਲੋਲੀਪੌਪ ਨਹੀਂ ਆਂਦਾਗਾ। ਹੈ, ਸਮਝ ਰਹੇ ਹੋ ਗੱਲ ਮੇਰੀ? ਹੈ, यस सर। ਤਾਂ ਅੱਛਾ, ਵੈਸੇ ਤੁਸੀਂ ਇਹ ਜਿਹੜੀ ਡਿਵੀਜ਼ਨ ਹੈ ਕਿਸ ਰੇਸ਼ੋ ਚ ਕੀਤੀ? 1:29। ਇੱਕ ਰੇਸ਼ੋ 1:29 ਚ ਤੁਸੀਂ ਇਹਨੂੰ ਡਿਵਾਈਡ ਕੀਤਾ 30 ਰੁਪੀਜ਼ ਨੂੰ। ਮੀਨਸ ਰੇਸ਼ੋ ਦੀ ਲੋੜ ਕਿਉਂ ਪੈਂਦੀ ਹੈ, ਪੈਸਿਆਂ ਨੂੰ ਕਿਸੇ ਚੀਜ਼ ਨੂੰ ਡਿਵਾਈਡ ਕਰਨ ਵਾਸਤੇ ਲੋੜ ਪੈਂਦੀ ਹੈ। ਹੈ, ਜੇ ਇਹੀ ਤੁਸੀਂ ਦੋਨੋਂ ਜਣੇ ਬਰਾਬਰ ਦੇ ਹੋਵੋ, ਜੇ ਬਰਾਬਰ ਦੇ ਹੋਵੋ ਤਾਂ ਤੁਸੀਂ ਕਿੰਨੇ ਡਿਵਾਈਡ ਕਰੋਗੇ? ਤੁਸੀਂ ਕਹੋਗੇ ਲੈ ਬ੍ਰਦਰ 15 ਰੁਪੀਜ਼ ਤੇਰੇ ਹੋ ਗਏ, 15 ਮੇਰੇ ਹੋ ਗਏ। ਕਿਸ ਰੇਸ਼ੋ ਚ ਡਿਵਾਈਡ ਕੀਤਾ ਤੁਸੀਂ ਇਹਨੂੰ? ਸੌਰੀ, ਮੈਂ ਇੱਥੇ ਪਹਿਲੀ ਸਾਈਨ ਰੇਸ਼ੋ ਦਾ ਪਾਤਾ। ਤੂੰ ਕਿਹਾ ਬ੍ਰਦਰ ਲਓ ਜੀ 15 ਤੇਰੇ ਹੋ ਗਏ, 15 ਮੇਰੇ ਹੋ ਗਏ। ਕਿਸ ਰੇਸ਼ੋ ਚ ਡਿਵਾਈਡ ਕੀਤਾ ਇਹਨੂੰ? 15:15। 15:15, 15:15। ਠੀਕ ਹੈ, ਰੇਸ਼ੋ ਨੂੰ ਨਾ ਈਜ਼ੀਲੀ ਸਮਝਣ ਵਾਸਤੇ ਨਾ ਇਹਨੂੰ ਮਤਲਬ ਕਿ ਡਿਵਾਈਡ ਵੀ ਕਰ ਸਕਦੇ ਆ। ਅਗਰ ਡਿਵਾਈਡ ਕਰੀਏ 15 ਉੱਪਰ ਤੇ 15 ਨੀਚੇ, ਆਹ ਵਾਲਾ 15 ਉੱਪਰ, ਬਾਅਦ ਵਾਲਾ 15 ਨੀਚੇ, ਇਹਨੂੰ ਅਗਰ ਆਪਾਂ ਲਿਖਣਾ ਚਾਹੀਏ ਤਾਂ ਇਹਨੂੰ ਕੀ ਲਿਖ ਸਕਦੇ ਆ? 1/29 ਲਿਖ ਸਕਦੇ ਆ। ਇਹਨੂੰ ਕੀ ਲਿਖ ਸਕਦੇ ਆ? 15/15। ਅਗਰ ਕੈਂਸਲੇਸ਼ਨ ਕਰਾਂਗੇ, ਸਿੰਪਲੈਸਟ ਫਾਰਮ ਚ ਲਿਖਾਂਗੇ 15 ਦੇ ਟੇਬਲ ਚ 15 1s are 15, 15 1s are 15, ਤਾਂ ਆਪਣੇ ਕੋਲ ਕਿੰਨਾ ਆ ਜਾਏਗਾ? 1/1। ਮੀਨਸ ਇਹਨੂੰ ਰੇਸ਼ੋ ਦੀ ਫਾਰਮ ਚ ਲਿਖਣਾ ਹੋਵੇ 1:1। 1:1। ਆ ਗੱਲ ਸਮਝ ਲੱਗ ਗਈ? 1:1 ਕੀ ਹੁੰਦਾ ਹੈ? 1:1 ਦਾ ਮਤਲਬ ਕਿ ਪੈਸਿਆਂ ਨੂੰ ਡਿਵਾਈਡ ਕਰਨਾ ਹੈ, ਇਕੁਅਲੀ ਡਿਵਾਈਡ ਕਰਨਾ ਹੈ। 1:1 ਦਾ ਮਤਲਬ ਇਕੁਅਲੀ ਡਿਵਾਈਡ ਕਰਨਾ ਹੈ। यस सर। ਸਮਝ ਗਏ ਗੱਲ? ਹੁਣ ਜੇ ਕਿਹਾ ਜਾਵੇ ਵੀ 1:2 ਚ ਡਿਵਾਈਡ ਕਰਨਾ ਹੈ, ਲੈਟ ਮੀ ਕੰਟੀਨਿਊ, ਅਦਰਵਾਈਜ਼ ਮੈਂ ਭੁੱਲ ਜਾਵਾਂਗਾ ਕਿ ਮੈਂ ਤੁਹਾਨੂੰ ਕੀ ਦੱਸਣਾ ਹੈ, ਤੇ ਤਾਂ ਕਿ ਮੈਨੂੰ ਜਲਦੀ ਦੱਸ ਲੈਣ ਦਿਓ ਤਾਂ ਕਿ ਮੈਂ ਕੀ ਦੱਸਣਾ, ਤਾਂ ਕਿ ਕੁਝ ਰਹਿ ਨਾ ਜਾਵੇ। ਠੀਕ ਹੈ, ਆਪਾਂ ਪਹਿਲੇ ਡਿਸਕਸ ਕਰ ਲਈ 1:1 ਡਿਸਕਸ ਕਰ ਲਿਆ, ਹੁਣ ਆਪਾਂ 1:2 ਡਿਸਕਸ ਕਰਦੇ ਹਾਂ। ਜਾਂ ਆਪਾਂ ਇਹ ਕਿਹਾ ਸੀ ਕਿ ਰੇਸ਼ੋ ਦੀ ਲੋੜ ਕਿਉਂ ਪਈ। ਹੁਣ ਜੋ ਮੰਨ ਲਓ ਪਾਪਾ ਤਾਂ 30 ਰੁਪੀਜ਼ ਦੇ ਕੇ ਚਲੇ ਗਏ, ਹੁਣ ਉਸ ਤੋਂ ਬਾਅਦ ਤੁਹਾਡੀ ਲੜਾਈ ਹੋ ਗਈ। ਤੁਸੀਂ ਕੀ ਕੀਤਾ? ਛੋਟੇ ਵਾਲੇ ਨੂੰ ਦੇਤਾ 1 ਰੁਪਿਆ, ਛੋਟੇ ਵਾਲੇ ਨੂੰ ਦੇਤਾ 1 ਰੁਪੀਜ਼, ਆਪ ਰੱਖ ਲੈ 29 ਰੁਪੀਜ਼। ਠੀਕ ਹੈ, ਉਹ ਬੋਲੇਗਾ, ਉਹ ਕਹੇਗਾ ਇਹ ਕੀ ਮਤਲਬ ਹੋਇਆ, ਇਹ ਕੀ ਡਿਵੀਜ਼ਨ ਹੋਈ? ਉਹ ਮੰਮਾ ਕੋਲ ਜਾਊਗਾ ਕਿ ਨਹੀਂ ਜਾਊਗਾ? ਜਾਊਗਾ ਕਿ ਨਹੀਂ ਜਾਊਗਾ? ਉਹ ਮੰਮਾ ਕੋਲ ਜਾਊਗਾ। ਮੰਮਾ ਨੂੰ ਕਹੋ ਮੰਮਾ ਇਹ ਕੋਈ ਗੱਲ ਹੈ, ਮੇਰੇ ਤਾਂ ਲੋਲੀਪੌਪ ਨਹੀਂ ਆਣਾ, 1 ਰੁਪਏ ਚ ਮੇਰਾ ਲੋਲੀਪੌਪ ਨਹੀਂ ਆਣਾਗਾ, ਮੈਂ ਆਪ 29 ਰੁਪੀਜ਼ ਰੱਖ ਲੈ, ਮੈਂ ਨਹੀਂ ਲੈਂਦਾ। ਉਹ 1 ਰੁਪਿਆ ਉਹ ਚਲਾ ਕੇ ਮਾਰੇਗਾ, ਸਿੱਟ ਦੇਗਾ। ਤਾਂ ਫਿਰ ਮੰਮਾ ਨੇ ਕੀ ਕਹਿਣਾ ਹੈ? ਤੂੰ ਐਂ ਕਰ, ਤੂੰ ਕਹੇਗਾ ਮੈਂ ਵੱਡਾ, ਮੈਨੂੰ ਜ਼ਿਆਦਾ ਮਿਲਣੇ ਚਾਹੀਦੇ ਆ, ਤਾਂ ਤੁਹਾਡੇ ਮੰਮਾ ਇਹ ਕਹਿਣਗੇ ਯਾਰ ਜ਼ਿਆਦਾ ਮਿਲਣੇ ਚਾਹੀਦੇ, ਠੀਕ ਹੈ ਤੂੰ ਜ਼ਿਆਦਾ ਰੱਖ ਲੈ, ਪਰ ਇੰਨਾ ਡਿਫਰੈਂਸ ਥੋੜੀ ਨਾ ਕਿ ਉਹਨੂੰ ਸਿਰਫ 1 ਰੁਪੀਜ਼ ਤੇ ਤੂੰ 29 ਰੁਪੀਜ਼।
ਤੇ ਮੰਮਾ ਨੂੰ ਇਹ ਤਾਂ ਪਤਾ ਨਹੀਂ, ਮੰਨ ਲਓ ਸਪੋਜ਼ ਕਰੋ ਮੰਮਾ ਨੂੰ ਇਹ ਨਹੀਂ ਪਤਾ ਕਿ ਪਾਪਾ ਕਿੰਨੇ ਰੁਪਏ ਦੇ ਕੇ ਗਏ ਤੇ ਤੂੰ ਦੱਸਿਆ ਵੀ ਨਹੀਂਗਾ। ਮੰਮਾ ਨੇ ਨਾ ਇਹ ਕਹਿਤਾ, ਮੰਮਾ ਨੇ ਇਹ ਕਿਹਾ ਕਿ ਐਂ ਕਰੋ ਤੂੰ ਨਾ ਜੈਦੀਪ, ਮੰਮਾ ਨੇ ਇਹ ਕਹਿਣਾ ਜੈਦੀਪ ਜਾਂ ਮਨਵੀਰ ਤੂੰ ਹੀ ਕਰ, ਛੋਟੇ ਵਾਲੇ ਨੂੰ ਦੇ ਦੇ ਇੱਕ ਹਿੱਸਾ ਤੇ 2 ਹਿੱਸੇ ਤੂੰ ਰੱਖ ਲੈ। ਗੱਲ ਸਮਝ ਲੱਗੀ? yes sir, ਮੀਨਸ 30 ਰੁਪਏ ਚੋਂ ਇੱਕ ਹਿੱਸਾ ਤਾਂ ਉਹਨੂੰ ਦੇ ਦੇ, ਇਹ ਨਹੀਂ ਦੱਸਿਆ ਕਿੰਨੇ ਰੁਪਏ ਦੇ ਦੇ। ਸ਼ਨਾਇਆ ਗੱਲ sir ਸਮਝ 10 ਰਹੀ ਹੈ? rupees, sir 10 rupees दे दिया उसको, हमारे पास 20 रह गए। ਵੈਰੀ ਗੁੱਡ। ਮੀਨਸ 30 ਵਿੱਚੋਂ ਇੱਕ ਹਿੱਸਾ ਤਾਂ ਛੋਟੇ ਵਾਲੇ ਨੂੰ ਦੇ ਦੇ ਤੇ 2 ਹਿੱਸੇ ਤੂੰ ਰੱਖ ਲੈ, ਤੂੰ ਡਬਲ ਰੱਖ ਲੈ, ਹੋਰ ਕੀ ਹੈ। yes sir, ਤਾਂ ਤੁਸੀਂ ਕੀ ਕਰੋਗੇ, ਛੋਟੇ 1:2, ਤਾਂ ਇਹਦੇ ਅਕੋਰਡਿੰਗ ਤੁਸੀਂ ਕੀ ਕਰੋਗੇ, ਜਿਹੜਾ ਯੰਗਰ ਬ੍ਰਦਰ ਹੈ ਨਾ, ਤੇ ਤੁਸੀਂ ਕੌਣ ਹੋ, ਐਲਡਰ ਹੋ, ਚਲਾਕ ਵਾਲੇ ਹਨਾ, ਤੁਸੀਂ ਉਹਨੂੰ ਦੇ ਦੋਗੇ 10 ਰੁਪੀਜ਼ ਤੇ ਆਪ ਰੱਖ ਲੋਗੇ 20 ਰੁਪੀਜ਼। ਕਿਉਂ? ਕਿਉਂਕਿ ਮੰਮਾ ਨੇ ਕਿਹਾ ਇੱਕ ਹਿੱਸਾ ਛੋਟੇ ਵਾਲੇ ਨੂੰ ਦੇ ਦਿਓ ਤੇ 2 ਹਿੱਸੇ ਤੁਸੀਂ ਰੱਖ ਲਓ, ਤੇ ਤੁਸੀਂ ਉਹਦੇ ਅਕੋਰਡਿੰਗ 10 ਤੇ 20 ਉਹਨੂੰ, 10 ਉਹਨੂੰ ਦੇਤੇ, ਆਪ 20 ਰੱਖ ਲੈ। ਅਗਰ ਤੁਸੀਂ ਰੇਸ਼ੋ ਫਾਈਂਡ ਆਊਟ ਕਰੋਗੇ ਕਿ ਮੰਮਾ ਦੇ ਅਕੋਰਡਿੰਗ ਠੀਕ ਕੈਲਕੂਲੇਸ਼ਨ ਕੀਤੀ ਹੈ ਕਿ ਨਹੀਂ, ਇਹਨਾਂ ਨੂੰ ਡਿਵਾਈਡ ਕਰਕੇ ਦੇਖ ਲਓ, 1:2 ਆਣਾ ਚਾਹੀਦਾ ਹੈ। 0 ਨਾਲ 0 ਕੈਂਸਲ ਹੋ ਗਈ, ਠੀਕ ਹੈ। ਜਾਂ ਆਪਾਂ ਕਹੀਏ 10 ਦੇ ਟੇਬਲ ਤੇ ਡਿਵਾਈਡ ਕਰਾਂਗੇ, 10 1s are ਤੇ 10 2s are 1/2, or you can say that 1:2। half दे दिया उसको। ਸਮਝੇ ਗੱਲ? yes sir, ਸ਼ਨਾਇਆ ਦਾ ਬ੍ਰਦਰ ਜਿਹੜਾ ਨਾ ਉਹ ਜ਼ਿਆਦਾ ਛੋਟਾ, ਉਹ ਇੱਥੇ ਮੰਨ ਜਾਏਗਾ, ਤੁਹਾਡੇ ਬ੍ਰਦਰ ਨੇ ਇੱਥੇ ਵੀ ਨਹੀਂ ਮੰਨਣਾ, ਤੁਹਾਨੂੰ ਮੈਂ ਦੱਸਾਂ ਹੈ। yes sir, ਤੁਹਾਡੇ ਬ੍ਰਦਰ ਨੇ ਕਹਿਣਾ ਨਾ ਹੱਲੇ ਵੀ ਕਰਨਾ, ਮੈਨੂੰ ਸਿਰਫ 10 ਰੁਪੀਜ਼ ਉਹਨੂੰ 20 ਰੁਪੀਜ਼। ਫਿਰ ਮੰਮਾ ਨੇ ਕਿਤੇ ਤਾਂ ਲੜਾਈ, ਫਿਰ ਮੰਮਾ ਨੇ ਝਗੜਾ ਕਿਤੇ ਤਾਂ ਖਤਮ ਕਰਨਾ ਹੀ ਹੈ। ਮੰਮਾ ਨੇ ਕਹਿਣਾ ਐਂ ਕਰੋ, ਮੰਮਾ ਨੇ ਕਹਿਣਾ ਜੈਦੀਪ ਤੂੰ ਐਂ ਕਰ, 3 ਹਿੱਸੇ ਇਹਦੇ ਨਾਲ ਟੋਟਲ 5 ਹਿੱਸੇ ਕਰ ਲੈ। ਪਹਿਲੇ ਕਿੰਨੇ ਹਿੱਸੇ ਕੀਤੇ ਸੀ, 1:2 ਦਾ ਮਤਲਬ ਕੀ ਹੈ, 2 ਤੇ 1 3, 3 ਹਿੱਸੇ ਕੀਤੇ ਸੀਗੇ, ਠੀਕ ਹੈ। ਇੱਕ ਹਿੱਸਾ ਛੋਟੇ ਵਾਲੇ ਨੂੰ, ਸਰ ਮੰਮਾ ਕੋਲੋਂ ਪੈਸੇ ਲੈ ਲੈਂਦੇ ਆ। ਉਹ ਆਪਾਂ ਕੈਲਕੂਲੇਸ਼ਨ, ਆਪਾਂ ਮੈਥ ਸਮਝਣਾ ਹੈ, ਕਮੀ ਪੈਸਿਆਂ ਦੀ ਨਹੀਂ ਹੈ, ਲੱਗੀ ਸਮਝ? ਯੈਸ ਸਰ, ਹੈ ਜੇ ਮੰਮਾ ਕੋਲੋਂ ਵੀ ਪੈਸੇ ਲੈ ਲੈ ਫਿਰ ਤੁਹਾਡੀ ਅੜੀ ਹੋ ਜਾਣੀ, ਉਹਨੂੰ ਫਿਰ ਬਰਾਬਰ ਦੇ ਮਿਲ ਗਏ ਛੋਟੇ ਵਾਲੇ ਨੂੰ। ਮੰਮਾ ਨੇ ਜੇ ਛੋਟੇ ਨੂੰ ਜ਼ਿਆਦਾ ਦੇਤੇ ਫਿਰ नहीं सर उसको 20 मिल जाएंगे सर, उसको 20 मिल जाएंगे। ਨਹੀਂ, ਫਿਰ ਇਹਦਾ ਮਤਲਬ ਤੁਸੀਂ ਕੁਐਸਚਨ ਨਹੀਂ ਸੋਲਵ ਕਰਨਾਗਾ, ਹੈ ਕੈਲਕੂਲੇਸ਼ਨ ਨਾ ਕਰਨੀ ਪਵੇ, ਬਸ ਪੈਸੇ ਉਹਨੂੰ ਵੱਧ ਮਿਲਦੇ ਮਿਲ ਜਾਣਾ, ਦਿਮਾਗ ਨਹੀਂ ਚਲਾਣਾਗਾ, ਮੈਥ ਨਹੀਂ ਸਿੱਖਣਾ ਅਸੀਂ। ਡੇਲੀ ਲਾਈਫ 'ਚ ਕਿਤੇ ਕੰਮ ਨਾ ਆ ਜੇ, ਕੱਲ ਨੂੰ ਕੋਈ ਸਾਨੂੰ ਠੱਗ ਕੇ ਲੈ ਕੇ ਜਾਂਦਾ, ਠੱਗ ਲਓ ਅੰਕਲ ਜੀ ਸਾਨੂੰ, ਹੈ। ਤਾਂ ਆਪਾਂ ਤਾਂ ਮੈਥ ਸਿੱਖਣਾ ਨਾ। ਮੰਮਾ ਨੂੰ ਇਹ ਨਹੀਂ ਪਤਾ ਤੁਹਾਡੇ ਕੋਲ ਕਿੰਨੇ ਰੁਪਈਜ਼ ਹੈ। ਮੰਮਾ ਨੇ ਪਹਿਲੇ ਤਾਂ ਕਹਿਤਾ ਵੀ ਐਂ ਕਰ, ਛੋਟੇ ਵਾਲੇ ਨੂੰ ਇੱਕ ਹਿੱਸਾ ਦੇ ਦੇ, ਇੱਕ ਹਿੱਸਾ 1 ਰੁਪਈਆ ਨਹੀਂ ਕਿਹਾ ਮੰਮਾ ਨੇ। ਮੰਮਾ ਨੇ ਕਿਹਾ ਛੋਟੇ ਵਾਲੇ ਨੂੰ ਇੱਕ ਹਿੱਸਾ ਦੇ ਦਿਓ, 1 ਪਾਰਟ ਦੇ ਦਿਓ ਤੇ ਬਾਕੀ ਦੇ 2 ਪਾਰਟਸ ਤੁਸੀਂ ਰੱਖ ਲਓ। ਇੱਥੋਂ ਤੱਕ ਤਾਂ ਤੁਸੀਂ ਬੜਾ ਈਜ਼ੀਲੀ ਦੱਸਤਾ, 10 ਰੁਪਈਜ਼ ਤੇ 20 ਰੁਪਈਜ਼, ਠੀਕ ਹੈ। ਮਜ਼ਾ ਤਾਂ ਹੈ। ਹੁਣ ਤੁਸੀਂ ਦੱਸੋ, ਜਦੋਂ ਛੋਟੇ ਵਾਲੇ ਨੇ ਹੱਲੇ ਵੀ ਘਰੇੜ ਪਾ ਲਈ, ਉਹ ਕਹਿੰਦਾ ਬਈ ਨਹੀਂ 2 ਪਾਰਟਸ ਮੈਨੂੰ ਦਿਓ, 3 ਪਾਰਟਸ ਇਹ ਰੱਖ ਲੈ। ਮੀਨਸ ਉਹਦੇ ਵਾਸਤੇ ਤੁਹਾਨੂੰ ਟੋਟਲ ਜਿਹੜੀ ਮਨੀ ਮਿਲੀ ਹੈ ਨਾ, ਉਸ ਮਨੀ ਦੇ ਟੋਟਲ ਪਹਿਲੇ 5 ਪਾਰਟਸ ਕਰਨੇ ਪੈਣਗੇ। ਕਿੰਨੇ ਪਾਰਟਸ? 2 + 3, 2 + 3, 5 ਪਾਰਟਸ ਕਰਨੇ ਪੈਣਗੇ, ਠੀਕ ਹੈ। ਉਹ ਜਦੋਂ 5 ਪਾਰਟਸ ਕਰ ਲਓਗੇ, 5 ਪਾਰਟਸ ਮਤਲਬ 1 1 1 1, these are not 1 rupee 1 rupee, these are 5 parts, ਠੀਕ ਹੈ। ਇਹਨੂੰ ਲਿਖਣ ਦੀ ਜ਼ਰੂਰਤ ਨਹੀਂ ਹੈ, ਠੀਕ ਹੈ। ਫਿਰ ਤੁਸੀਂ ਉਹਦੇ ਚੋਂ ਕੀ ਕਰੋਗੇ, ਉਹਦੇ ਚੋਂ 2 ਪਾਰਟਸ ਛੋਟੇ ਨੂੰ ਦੇ ਦੋਗੇ ਤੇ 3 ਪਾਰਟਸ ਆਪ ਰੱਖ ਲਓਗੇ। ਫਿਰ ਇਹ ਗੱਲ ਜਾਇਜ਼ ਹੋਣੀ ਹੈ, ਕਿਉਂਕਿ ਡਿਫਰੈਂਸ ਤੁਹਾਡਾ ਆਪਸ ਵਿੱਚ ਏਜ ਦਾ ਘੱਟ ਹੈ। ਮੈਂ ਪਹਿਲੇ ਹੀ ਤੁਹਾਡੀ ਏਜ ਦਾ ਡਿਫਰੈਂਸ ਪਹਿਲੇ ਪੁੱਛ ਲਿਆ ਸੀਗਾ, ਸਮਝ ਰਹੇ ਹੋ ਗੱਲ? ਹੁਣ ਤੁਸੀਂ ਮੈਨੂੰ ਦੱਸੋ ਨਾ, ਹੁਣ ਦੱਸੋ ਵੀ ਛੋਟੇ ਵਾਲੇ ਨੂੰ ਕਿੰਨੇ ਦਿਓਗੇ ਤੇ ਆਪ ਕਿੰਨੇ ਰੱਖੋਗੇ? सर उसको हम 20 देंगे। हैं सर 20 रुपीज देंगे नहीं। ਅਗਰ 20 ਰੁਪੀਜ਼, ਅਗਰ ਤੁਸੀਂ ਕਹਿੰਦੇ ਹੋ 20 ਰੁਪੀਜ਼ ਯੰਗਰ ਬ੍ਰਦਰ ਨੂੰ ਦੇਤੇ, ਠੀਕ ਹੈ, ਤੇ ਉਹਦਾ ਤੁਸੀਂ ਕਿੰਨੇ, ਇਹ ਉਹਦੇ ਕੋਲ ਕਿੰਨੇ 20 ਰੁਪੀਜ਼ ਚਲੇ ਗਏ, ਫਿਰ ਤੁਹਾਡੇ ਕੋਲ ਕਿੰਨੇ ਆਣਗੇ? ਤੁਹਾਡੇ ਕੋਲ ਤਾਂ 10 ਹੋ ਗਏ, ਤੁਹਾਡੇ ਕੋਲ ਤਾਂ ਸਗੋਂ ਘਟ ਗਏ, ਟੋਟਲ 30 ਰੁਪੀਜ਼ ਸੀਗੇ। ਇਹ ਤਾਂ ਗਲਤ ਹੈ ਫਿਰ। ਆ ਤਾਂ ਤੁਸੀਂ ਬੜਾ ਈਜ਼ੀਲੀ ਦੱਸਤਾ ਸੀਗਾ,
ਆ ਈਜ਼ੀਲੀ ਦੱਸਤਾ ਸੀ ਨਾ 10 ਰੁਪੀਸ ਤੇ 20 ਰੁਪੀਸ ਦੇ ਮਾਈਂਡ 'ਚ ਤੁਸੀਂ ਕੈਲਕੂਲੇਸ਼ਨ ਨਹੀਂ ਕੀਤੀ ਸੀਗੀ, ਇੱਕ ਤੁੱਕੇ ਨਾਲ ਅੰਦਾਜ਼ਾ ਲਗਾ ਲਿਆ ਸੀਗਾ ਵੀ ਆ ਇੰਨਾ ਇੰਨਾ ਹਿੱਸਾ ਅਗਰ ਆਪਾਂ ਇੱਕ ਦੂਜੇ ਨੂੰ ਡਿਵਾਈਡ ਕਰ ਦਈਏ। ਹੁਣ ਮੈਂ ਦੱਸਾਂ ਇਹ ਕੈਲਕੂਲੇਸ਼ਨਸ ਕਿਵੇਂ ਹੋਈਆਂ ਸੀ, ਆ ਕੈਲਕੂਲੇਸ਼ਨਸ ਕਿਵੇਂ ਹੋਈਆਂ ਸੀਗੀਆਂ, ਦੱਸਾਂ ਮੈਂ? ਹੈਲੋ 12 is to 80. 12 is to 80. ਹਾਂਜੀ 12 is to 18. ਸ਼ਾਇਦ ਠੀਕ ਹੈ, ਵੈਰੀ ਗੁੱਡ ਬੇਟੇ। ਜਿਵੇਂ ਵੀ ਕੀਤਾ ਐਗਜ਼ੈਕਟ ਮੈਥਡ ਤਾਂ ਹਲੇ ਮੈਂ ਦੱਸਣਾ, ਪਰ ਜਿਵੇਂ ਵੀ ਕੀਤਾ ਆਈ ਥਿੰਕ ਠੀਕ ਹੈ। ਮੇਰੀ ਗੱਲ ਸੁਣੋ, ਟੋਟਲ ਹੁਣ ਸਾਰੇ ਬੱਚੇ ਧਿਆਨ ਨਾਲ ਸੁਣਿਓ, 2 ਹਿੱਸੇ ਛੋਟੇ ਬ੍ਰਦਰ ਨੂੰ ਦੇਣੇ, 3 ਹਿੱਸੇ ਤੁਸੀਂ ਆਪ ਰੱਖਣੇ, ਟੋਟਲ 5 ਹਿੱਸੇ ਕਰਨੇ। ਆਪਣੇ ਕੋਲ ਟੋਟਲ ਮਨੀ ਕੀ ਦਿਸ ਇਜ਼ 5 ਪਾਰਟਸ, 5 ਰੁਪੀਜ਼ ਨਹੀਂ ਹੈ, ਉਸ 30 ਰੁਪੀਜ਼ ਦੇ 5 ਪਾਰਟਸ ਕਰਨੇ ਹੈ। ਮੀਨਸ ਇੱਕ ਪਾਰਟ ਦੀ ਕਿੰਨੀ ਵੈਲਿਊ ਹੋਏਗੀ, 5 ਨਾਲ ਡਿਵਾਈਡ ਕਰ ਦਿਓ, 5 6 are 30। ਸਮਝ ਰਹੇ ਹੋ ਮੇਰੀ ਗੱਲ? 30. ਨਹੀਂ ਸਮਝੇ ਗੱਲ? ਲੱਗੀ ਸਮਝ। ਸਾਰਿਆਂ ਦਾ ਰਿਪਲਾਈ ਆਣਾ ਸਮਝ ਚਾਹੀਦਾ। ਨਹੀਂ ਆਈ। ਮੈਂ ਦੁਬਾਰਾ ਤੋਂ ਦੱਸਦਾ, ਸਰ, ਨਾਲ ਦੀ ਨਾਲ ਰਿਪਲਾਈ ਕਰਿਆ ਕਰੋ, ਨਾਲ ਦੀ ਨਾਲ ਕਹਿ ਦਿਆ ਕਰੋ ਨਹੀਂ ਸਮਝ ਲੱਗੀ, ਠੀਕ ਹੈ? ਤੇ ਇੱਕ ਗੱਲ ਸੁਣੋ, ਅਨਮਿਊਟ ਕੀਤਾ ਪਹਿਲਾਂ। ਹਾਂਜੀ ਤਾਂ ਦੇਖੋ, ਜੇ ਤਾਂ 5 ਹਿੱਸੇ ਹੈ, ਇੱਕ ਨਾ ਸਿੰਪਲ ਜਿਹਾ ਵੇ ਹੈ, ਬੜਾ ਹੀ ਵਧੀਆ, ਬੜਾ ਹੀ ਸੌਖਾ ਤਰੀਕਾ ਹੈ, ਬਹੁਤ ਈਜ਼ੀ ਮੈਥਡ ਹੈ। ਟੋਟਲ ਕਿੰਨੀ ਅਮਾਉਂਟ ਪਾਪਾ ਦੇ ਕੇ ਗਏ ਹੈ ਤੇ ਆਪਾਂ ਉਹਦੇ ਕਿੰਨੇ ਪਾਰਟਸ ਕਰਨੇ ਹੈ। ਮੈਂ ਬਤਾऊं? ਬੇਟੇ ਪਲੀਜ਼ ਸ਼ਨਾਇਆ, ਸਾਰੇ ਬੱਚੇ ਇਹ ਗੱਲ ਸਮਝ ਲਓ ਕਿ ਜਦੋਂ ਮੈਂ ਬੋਲ ਰਿਹਾ ਮੈਨੂੰ ਸਮਝਾ ਲੈਣ ਦਿਓ, ਕਿਉਂਕਿ ਮੈਂ ਸਿਰਫ ਇੱਕ ਬੱਚੇ ਨੂੰ ਨਹੀਂ ਪੜ੍ਹਾ ਰਿਹਾ, ਮੈਂ ਹੁਣ 3 ਬੱਚਿਆਂ ਨੂੰ ਪੜ੍ਹਾ ਰਿਹਾ, 7th ਵਿੱਚ ਹੋ ਸਕਦਾ 13 ਬੱਚਿਆਂ ਨੂੰ ਪੜ੍ਹਾ ਰਿਹਾ ਹੋਵਾਂ। ਸਮਝ ਰਹੇ ਹੋ ਮੇਰੀ ਗੱਲ? ਮੈਂ ਕਿਸੇ ਇੱਕ ਬੱਚੇ ਨੂੰ ਨਹੀਂ ਟੀਚ ਕਰਨਾ। ਸ਼ਨਾਇਆ ਬੇਟੇ ਤੁਹਾਨੂੰ ਇਹ ਚੈਪਟਰ ਕਰਾਇਆ ਹੋਇਆ ਹੈ। ਹੁਣ ਮੇਰੀ ਗੱਲ ਸੁਣੋ ਸਾਰੇ ਜਣੇ, ਹੁਣ ਵਿੱਚ ਨਾ ਕੋਈ ਬੋਲਿਆ ਜੇ, ਮੇਰਾ ਲਿੰਕ ਟੁੱਟ ਜਾਂਦਾ ਹੈ। ਗੱਲ ਇਹ ਹੈ ਕਿ ਪਾਪਾ ਨੇ ਟੋਟਲ 30 ਰੁਪੀਜ਼ ਦਿੱਤੇ, ਠੀਕ ਹੈ? ਉਹਦੇ ਆਪਾਂ 2 ਹਿੱਸੇ ਛੋਟੇ ਬ੍ਰਦਰ ਨੂੰ ਦੇਣੇ ਆ, 3 ਹਿੱਸੇ ਆਪਾਂ ਆਪ ਰੱਖਣੇ ਆ, ਟੋਟਲ 5 ਹਿੱਸੇ 5 ਪਾਰਟਸ ਉਹਦੇ ਕਰਨੇ ਆ। ਤਾਂ 5 ਪਾਰਟਸ ਵਿੱਚ ਡਿਵਾਈਡ ਕਰਨਾ ਹੈ 30 ਨੂੰ 5 ਨਾਲ ਡਿਵਾਈਡ ਕਰ ਦੋ। ਸਮਝੇ ਗੱਲ? ਜਦੋਂ ਆਪਾਂ 2 ਪਾਰਟਸ ਕਰਨੇ ਸੀਗੇ, ਇੱਕ ਹਿੱਸਾ ਛੋਟੇ ਬ੍ਰਦਰ ਨੂੰ, ਇੱਕ ਹਿੱਸਾ ਆਪ ਰੱਖਣਾ ਸੀਗਾ, ਮੀਨਸ ਟੋਟਲ ਕਿੰਨੇ ਪਾਰਟ ਕਰਨੇ ਸੀ ਮਨਵੀਰ? 2 ਪਾਰਟ ਕਰਨੇ ਸੀ ਨਾ, ਤਾਂ ਉਦੋਂ ਆਪਾਂ 2 ਨਾਲ ਡਿਵਾਈਡ ਕਰਨਾ ਸੀਗਾ। ਜਦੋਂ 2 ਨਾਲ ਡਿਵਾਈਡ ਕਰੋਗੇ 2 1s ਆ ਤੇ 2 15s ਆ, ਤਾਂ ਇਹਦਾ ਮਤਲਬ ਇਹ ਹੁਣ ਅਮਾਉਂਟ ਆ ਗਈ ਰੁਪਈਆਂ ਦੇ ਵਿੱਚ। ਆਪਾਂ ਕਿਹਨੂੰ ਡਿਵਾਈਡ ਕਰ ਰਹੇ ਹਾਂ? ਰੁਪੀਜ਼ ਨੂੰ। 30 ਕੀ ਹੈ? ਰੁਪੀਜ਼ ਹੈ, ਰੁਪੀਜ਼ ਨੂੰ ਡਿਵਾਈਡ ਕਰ ਰਹੇ ਹਾਂ। ਇਹ ਹੁਣ ਆਪਣੇ ਕੋਲ 15 ਰੁਪੀਜ਼ ਆ ਗਿਆ, ਮੀਨਸ ਦੋਨਾਂ ਨੂੰ 15 15 ਦੇਣੇ ਹੈ, 1 1 15 15। ਤੇ ਜੇ ਆਪਾਂ if we have to divide it in the ratio 2:3 means younger brother ਨੂੰ 2 ਦੇ 2 ਪਾਰਟਸ ਦੇਣੇ ਆ, ਆਪ ਆਪਾਂ 3 ਪਾਰਟਸ ਰੱਖਣੇ ਆ। ਆਪਾਂ ਇਹ ਦੇਖਾਂਗੇ ਕਿ ਟੋਟਲ ਕਿੰਨੇ ਪਾਰਟਸ ਹੋ ਗਏ, 5 ਪਾਰਟਸ ਹੋ ਗਏ, ਮੀਨਸ 30 ਰੁਪੀਜ਼ ਨੂੰ 5 ਪਾਰਟਸ ਦੇ ਵਿੱਚ ਡਿਵਾਈਡ ਕਰਨਾ ਹੈ। ਤਾਂ 30 ਰੁਪੀਜ਼ ਨੂੰ ਤੁਸੀਂ ਕੀ ਕਰੋਗੇ? 5 ਨਾਲ ਡਿਵਾਈਡ ਕਰ ਦੋਗੇ। 5 ਦੇ ਟੇਬਲ 'ਚ 30 ਕਿੱਥੇ ਆਉਂਦਾ? 6 ਆਉਂਦਾ, ਮੀਨਸ ਇੱਕ ਪਾਰਟ ਦੀ ਵੈਲਿਊ ਸੀ 6 ਰੁਪੀਜ਼। ਕੀ ਹੋਗੀ? ਵੈਲਿਊ ਆਫ 1 ਪਾਰਟ। I write here 6 rupees ਕੀ ਹੈ? ਬੋਲਿਓ। value of 1 part। one part। ਇੱਕ ਪਾਰਟ ਦੀ ਵੈਲਿਊ 6 ਰੁਪੀਜ਼ ਹੈ, ਠੀਕ ਹੈ? ਯੰਗਰ YB ਦਾ ਮਤਲਬ ਯੰਗਰ ਬ੍ਰਦਰ ਨੂੰ ਤੁਸੀਂ ਕਿੰਨੇ ਦੇਣੇ ਹੈ? 2 ਪਾਰਟਸ ਦੇਣੇ ਹੈ, ਮੀਨਸ 2 into 6 ਕਰੋਗੇ ਤੇ ਤੁਸੀਂ yourself ਆਪ ਤੁਸੀਂ ਕਿੰਨੇ ਰੱਖਣੇ ਹੈ? ਆਪਦੇ ਕੋਲ ਕਿੰਨੇ ਰੱਖੋਗੇ? 3 ਪਾਰਟ ਰੱਖਣੇ ਹੈ। 3 ਪਾਰਟ, ਇੱਕ ਪਾਰਟ ਦੀ ਵੈਲਿਊ ਕਿੰਨੀ ਹੈ? 6 ਰੁਪੀਜ਼ ਹੈ। 2 ਪਾਰਟਸ ਦੀ ਵੈਲਿਊ, ਇੱਕ ਪਾਰਟ ਦੀ ਵੈਲਿਊ 6 ਹੈ। ਠੀਕ ਸੀ ਬੇਟੇ ਪਲੀਜ਼ ਮੈਨੂੰ ਨਾ ਇੰਟਰਰਪਟ ਕਰਿਆ ਕਰੋ, ਠੀਕ ਹੈ ਨਾ? ਮੈਂ ਤਾਂ ਪਹਿਲੇ ਹੀ ਸ਼ਾਬਾਸ਼ ਦੇਤੀ ਸੀ ਉਹਨੂੰ, ਮੈਨੂੰ ਵੀ ਲੱਗਦਾ ਸੀ ਠੀਕ ਹੈ। ਤਾਂ ਤੁਹਾਨੂੰ ਸਮਝ ਲੱਗਣਾ ਜ਼ਰੂਰੀ ਹੈ ਬੇਟੇ, ਮੈਂ ਤੁਹਾਡੇ ਕਰਕੇ ਕਹਿ ਰਿਹਾ। ਸੁਣੋ ਮੇਰੀ ਗੱਲ, ਆਪਾਂ ਇਹ ਕਿਹਾ ਵੀ ਜੇ 5 ਪਾਰਟਸ 'ਚ ਡਿਵਾਈਡ ਕਰਨਾ ਹੈ ਤਾਂ ਪਹਿਲੇ ਆਪਾਂ ਨੂੰ ਇੱਕ ਪਾਰਟ ਦੀ ਵੈਲਿਊ ਪਤਾ ਹੋਣੀ ਚਾਹੀਦੀ ਹੈ। ਫਿਰ ਆਪਾਂ ਕੀ ਕਰਾਂਗੇ? ਜਿਹਨੂੰ ਜਿੰਨੇ ਪਾਰਟ ਦੇਣੇ ਆ ਉਹਦੇ ਨਾਲ ਮਲਟੀਪਲਾਈ ਕਰ ਦਿਓ। 2 ਪਾਰਟਸ ਦੇਣੇ ਆ, ਇੱਕ ਪਾਰਟ ਦੀ ਵੈਲਿਊ 6 ਹੈ। ਆਪਾਂ ਮਾਰਕੀਟ 'ਚ ਜਾਂਦੇ ਆ ਨਾ, ਇੱਕ ਪੈਨ 5 ਰੁਪੀਜ਼ ਹੈ ਤੇ 10 ਪੈਨ ਕਿੰਨੇ ਦੇ ਹੋਣਗੇ? ਮਲਟੀਪਲਾਈ ਕਰ ਦਈਦਾ ਹੈ। ਉਸੇ ਤਰ੍ਹਾਂ ਮਲਟੀਪਲਾਈ ਕਰ ਦਾਂਗੇ 6 into 2 12 ਰੁਪੀਜ਼। ਛੋਟੇ ਬ੍ਰਦਰ ਨੂੰ ਕਿੰਨੇ ਦੇਵਾਂਗੇ? 12 ਰੁਪੀਜ਼ ਤੇ 18 ਤੁਹਾਡੇ ਕੋਲ ਕਿੰਨੇ ਆ ਜਾਣਗੇ? 6 3s are 18 ਰੁਪੀਜ਼। Is that clear to all of you? ਹੁਣ ਆਹ ਵਾਲਾ ਕੁਐਸਚਨ ਤੁਸੀਂ ਕੀਤਾ ਸੀਗਾ, ਪਰ ਤੁਹਾਨੂੰ ਨਹੀਂ ਪਤਾ ਕਿ ਤੁਸੀਂ ਕਿਵੇਂ ਕੀਤਾ ਸੀਗਾ। ਹੁਣ ਤੁਹਾਨੂੰ ਮੈਂ ਕਰਕੇ ਦਿਖਾਣਾ ਇਹ ਕੁਐਸਚਨ ਕਿਵੇਂ ਕੀਤਾ ਸੀ ਤੁਸੀਂ। ਦੇਖੋ
ਆਪਣੇ ਕੋਲ ਟੋਟਲ ਕਿੰਨੇ ਪਾਰਟ ਕਰਨੇ ਆ 3 ਪਾਰਟਸ ਕਰਨੇ ਆ ਮਨੀ ਕਿੰਨੀ ਹੈ 30 ਰੁਪੀਜ਼ ਹੈ ਤਾਂ ਆਪਾਂ ਇੱਕ ਪਾਰਟ ਦੀ ਵੈਲਿਊ ਆਫ 1 ਪਾਰਟ ਵੈਲਿਊ ਆਫ 1 ਪਾਰਟ ਕਿੰਨੀ ਹੋਏਗੀ ਇੱਕ ਪਾਰਟ ਦੀ ਵੈਲਿਊ ਟੋਟਲ ਪਾਪਾ ਨੇ ਕਿੰਨੇ ਰੁਪਏ ਦਿੱਤੇ 30 ਰੁਪਏ ਦਿੱਤੇ ਠੀਕ ਹੈ ਆਪਾਂ ਕਿੰਨੇ ਚ ਡਿਵਾਈਡ ਕਰਨਾ ਹੈ 3 ਹਿੱਸਿਆਂ ਚ ਡਿਵਾਈਡ ਕਰਨਾ ਹੈ 3 ਪਾਰਟਸ ਚ 3 ਤੇ ਡਿਵਾਈਡ ਕਰਾਂਗੇ 3 1s are ਤੇ 3 10s are ਮੀਨਸ ਇੱਕ ਪਾਰਟ ਦੀ ਵੈਲਿਊ ਹੋਗੀ ਜੀ 10 ਰੁਪੀਜ਼ ਜੇ ਇੱਕ ਪਾਰਟ ਦੀ ਵੈਲਿਊ 10 ਰੁਪੀਜ਼ ਹੈ ਤੁਸੀਂ ਯੰਗਰ ਬ੍ਰਦਰ ਨੂੰ ਤੇ yourself ਆਪ ਤੁਸੀਂ ਕਿੰਨੇ ਰੱਖਨੇ ਯੰਗਰ ਬ੍ਰਦਰ ਨੂੰ ਕਿੰਨੇ ਪਾਰਟ ਦੇਣੇ ਇੱਕ ਪਾਰਟ ਦੇਣਾ ਹੈ 1 into 10 ਦੇਣਾ ਹੈ ਆਪ ਤੁਸੀਂ ਕਿੰਨੇ ਰੱਖਨੇ ਆ ਦੋ ਪਾਰਟ ਰੱਖਨੇ ਆ 2 into 10 ਇੱਕ ਪਾਰਟ ਦੀ ਵੈਲਿਊ 10 ਹੈ ਨਾ ਇੱਥੇ ਇੱਕ ਪਾਰਟ ਦੀ ਵੈਲਿਊ ਜੇ ਜ਼ਿਆਦਾ ਹਿੱਸੇ 5 ਪਾਰਟਸ ਕਰਨੇ ਸੀ ਤਾਂ ਇੱਕ ਪਾਰਟ ਦੀ ਵੈਲਿਊ 6 ਰੁਪੀਜ਼ ਆਈ ਸੀ ਠੀਕ ਹੈ ਹੁਣ ਘੱਟ ਪਾਰਟਸ ਕਰਨੇ ਆ 3 ਪਾਰਟਸ ਕਰਨੇ ਆ ਤਾਂ ਇੱਕ ਪਾਰਟ ਦੀ ਵੈਲਿਊ 10 ਰੁਪੀਜ਼ ਆਈ ਹੈ ਤਾਂ ਯੰਗਰ ਬ੍ਰਦਰ ਨੂੰ ਤੁਸੀਂ ਦੇਣੇ ਆ 10 ਰੁਪੀਜ਼ ਇਸ ਕੇਸ ਵਿੱਚ ਤੇ ਤੁਸੀਂ ਆਪ ਕਿੰਨੇ ਰੱਖਣੇ ਆ 20 ਰੁਪੀਜ਼ ਕੁਐਸਚਨ ਠੀਕ ਹੈ ਗਲਤ ਹੈ ਇਹ ਕਿਵੇਂ ਪਤਾ ਲੱਗੂਗਾ ਇਹਨਾਂ ਦੋਨਾਂ ਦਾ ਸਮ ਕਿੰਦਾ ਇਕੁਅਲ ਹੋਣਾ ਚਾਹੀਦਾ ਹੈ the total money that you received from your father 20 plus 10 30 12 plus 18 30 ਹੋਣਾ ਚਾਹੀਦਾ ਹੈ I hope ਕਿ ਸਾਰੇ ਬੱਚਿਆਂ ਨੂੰ ਚੰਗੀ ਤਰ੍ਹਾਂ ਸਮਝ ਲੱਗ ਗਿਆ yes sir ਠੀਕ ਹੈ ਨਾ ਤੇ ਜੇ 1 1 ਹੈ ਤਾਂ ਇਹਦਾ ਮਤਲਬ ਆਪਾਂ ਮੈਂ ਸਿਰਫ ਬੇਟੇ ਆਪਾਂ ਰੇਸ਼ੋ ਪਹਿਲੇ ਤਾਂ ਡਿਸਕਸ ਕਰ ਰਹੇ ਹਾਂ ਪਹਿਲੇ ਤਾਂ ਆਪਾਂ ਇਹ ਡਿਸਕਸ ਕੀਤਾ ਕਿ ਰੇਸ਼ੋ ਦੀ ਜ਼ਰੂਰਤ ਕਿਉਂ ਪਈ ਜ਼ਰੂਰਤ ਤਾਂ ਪਈ ਕਿਉਂਕਿ ਮੰਮਾ ਨੂੰ ਇਹ ਪਤਾ ਕਿ ਪਾਪਾ ਪੈਸੇ ਦੇ ਕੇ ਗਏ ਪਰ ਕਿੰਨੇ ਪੈਸੇ ਦੇ ਕੇ ਗਏ ਇਹ ਨਹੀਂ ਪਤਾ ਤਾਂ ਮੰਮਾ ਨੇ ਕੀ ਕਿਹਾ ਭਾਈ ਇੱਕ ਹਿੱਸਾ ਤੂੰ ਰੱਖ ਇੱਕ ਹਿੱਸਾ ਛੋਟੇ ਬ੍ਰਦਰ ਨੂੰ ਦੇ ਦਿਓ ਤੇ ਦੋ ਹਿੱਸੇ ਤੁਸੀਂ ਆਪ ਰੱਖ ਲਓ ਉਸ ਕੇਸ ਵਿੱਚ ਮੰਮਾ ਨੂੰ ਰੇਸ਼ੋ ਦੀ ਜ਼ਰੂਰਤ ਪਈ yes sir ਸਮਝੇ ਗੱਲ ਜਾਂ ਛੋਟੇ ਬ੍ਰਦਰ ਨੂੰ ਤੁਸੀਂ ਦੋ ਹਿੱਸੇ ਦੇ ਦਿਓ ਤੇ ਤਿੰਨ ਹਿੱਸੇ ਤੁਸੀਂ ਆਪ ਰੱਖ ਲਓ ਪਰ ਮੰਮਾ ਨੂੰ ਇਹ ਨਹੀਂ ਪਤਾ ਜੇ ਮੰਮਾ ਨੂੰ ਪਤਾ ਹੋਵੇ ਨਾ ਕਿ 30 ਰੁਪੀਜ਼ ਹੈ ਫਿਰ ਮੰਮਾ ਕਹਿੰਦੇ ਨਹੀਂ ਕਰ 10 ਉਹਨੂੰ ਦੇ ਦੇ ਤੇ 20 ਰੁਪੀਜ਼ ਤੁਸੀਂ ਆਪ ਰੱਖ ਲਓ ਜਾਂ 15 ਡਿਵਾਈਡ ਕਰ ਲਓ ਠੀਕ ਹੈ ਰੇਸ਼ੋ ਦੀ ਗੱਲ ਇੱਥੇ ਆਉਂਦੀ ਹੈ ਜਦ ਜਦੋਂ ਮੈਂ ਛੋਟਾ ਹੁੰਦਾ ਸੀਗਾ ਤੇ ਮੈਂ ਜਦੋਂ ਪਹਿਲੀ ਵਾਰੀ ਚਾਹ ਬਣਾਉਣੀ ਸੀ ਨਾ ਮੈਂ ਕਿ ਮੰਮਾ ਚਾਹ ਕਿਵੇਂ ਬਣਾਉਣੀ ਹੈ ਤਾਂ ਮੇਰੇ ਮੰਮਾ ਪਤਾ ਕੀ ਕਹਿੰਦੇ ਸੀਗੇ ਕਹਿੰਦੇ ਹਮੇਸ਼ਾ ਅਲੱਗ-ਅਲੱਗ ਸਟੇਟਮੈਂਟ ਕਹਿ ਦਿੰਦੇ ਸੀਗੇ ਉਹ ਨਾ ਇੱਕ ਗਲਾਸ ਹੈ ਨਾ ਕਹਿੰਦੇ ਨਾ ਅੱਜ ਨਾ ਦੁੱਧ ਵਧੀਆ ਹੈ ਤੂੰ ਹੀ ਕਰ ਪਾਣੀ ਇੱਕ ਹਿੱਸਾ ਤੇ ਦੋ ਹਿੱਸੇ ਪਹਿਲੇ ਤਾਂ ਕਹਿੰਦਾ ਅੱਧਾ ਦੁੱਧ ਅੱਧਾ ਪਾਣੀ ਇਹ ਤਾਂ ਮੈਨੂੰ ਸਮਝ ਲੱਗ ਗਿਆ ਸੀਗਾ ਹੈਲੋ yes sir ਹਾਂਜੀ ਪਹਿਲੇ ਮੰਮਾ ਨੇ ਮੈਨੂੰ ਕੀ ਕਿਹਾ ਅੱਧਾ ਦੁੱਧ ਤੇ ਅੱਧਾ ਪਾਣੀ ਠੀਕ ਹੈ ਤੇ ਮੈਂ ਅੱਧਾ ਪਾਣੀ ਅੱਧਾ ਦੁੱਧ ਪਾ ਕੇ ਚਾਹ ਦੀ ਬਣਾ ਲਈ ਮਜ਼ਾ ਹੀ ਆ ਗਿਆ ਠੀਕ ਹੈ ਫਿਰ ਮੈਂ ਨਾ ਅਗਲੇ ਦਿਨ ਕਿਹਾ ਮੰਮਾ ਅੱਜ ਫਿਰ ਚਾਹ ਬਣਾਉਣੀ ਹੈ ਬਣਾਵਾਂ ਮੰਮਾ ਕਹਿੰਦੇ ਨਾ ਵੀ ਚਾਹ ਤਾਂ ਬਣਾ ਲੈ ਪਰ ਅੱਜ ਜਿਹੜਾ ਦੁੱਧ ਹੈ ਨਾ ਉਹ ਨਾ ਜ਼ਿਆਦਾ ਵਧੀਆ ਨਹੀਂ ਹੈਗਾ ਦੁੱਧ ਵਾਲੇ ਨੇ ਆਪਾਂ ਨੂੰ ਪਾਣੀ ਮਿਕਸ ਕਰਕੇ ਦਿੱਤਾ ਪਹਿਲੇ ਹੀ ਦੁੱਧ ਵਧੀਆ ਨਹੀਂ ਹੈਗਾ ਤੂੰ ਐਂ ਕਰੀ ਦੋ ਹਿੱਸੇ ਦੁੱਧ ਪਾ ਲਈ ਤੇ ਇੱਕ ਹਿੱਸਾ ਪਾਣੀ ਮੀਨਸ ਪਾਣੀ ਘੱਟ ਪਾਣਾ ਪਹਿਲੇ ਹਾਫ ਸੀਗਾ ਹਨਾ ਆ ਪਾਣੀ ਸੀਗਾ ਆ ਦੁੱਧ ਸੀਗਾ ਠੀਕ ਹੈ ਹੁਣ ਆ ਘਟ ਗਿਆ ਪਾਣੀ ਘਟ ਗਿਆ ਦੁੱਧ ਵੱਧ ਗਿਆ ਸਮਝ ਰਹੇ ਮੇਰੀ ਗੱਲ yes sir ਠੀਕ ਹੈ ਇੱਕ ਹਿੱਸਾ ਇਹ ਮੰਮਾ ਨੇ ਕੀ ਕਿਹਾ ਇੱਕ ਹਿੱਸਾ ਪਾਣੀ ਤੇ ਦੋ ਹਿੱਸੇ ਦੁੱਧ ਮੀਨਸ ਦੁੱਧ ਡਬਲ ਪਾਣਾ ਹੈ ਇਹਦਾ ਮਤਲਬ ਤਾਂ ਹੀ ਹੋਇਆ ਨਾ ਇਹਦਾ ਮਤਲਬ ਤਾਂ ਹੈ ਨਾ ਇੱਕ ਹਿੱਸਾ ਇੱਕ ਤੇ ਦੋ ਦਾ ਫਰਕ ਕੀ ਹੋਇਆ ਆ ਦੇਖੋ 1:2 ਹਨਾ ਤੇ ਇਹਦੇ ਅਕੋਰਡਿੰਗ ਡਬਲ ਦੀ ਆ 1 ਹੈ ਤੇ ਆਪ ਛੋਟੇ ਬ੍ਰਦਰ ਨੂੰ ਇੱਕ ਹਿੱਸਾ ਮੀਨਸ ਤੇ ਆਪ ਤੁਸੀਂ ਡਬਲ ਆ ਦੇਖੋ ਇਹਦਾ ਆਨਸਰ ਕਿੰਨਾ ਆਇਆ ਸੀ 1:2 ਦਾ ਆ ਰਿਹਾ ਛੋਟੇ ਨੂੰ 10 ਤੇ ਤੁਹਾਡੇ ਕੋਲ 20 ਡਬਲ ਦਾ ਫਰਕ ਆ ਗਿਆ ਨਾ yes sir ਠੀਕ ਹੈ ਤਾਂ ਇਹ ਮੈਂ ਰੀਅਲੀ ਦੱਸ ਰਿਹਾ ਰੀਅਲੀ ਹੈ ਅੱਜ ਵੀ ਮੰਮਾ ਮੇਰੇ ਗੱਲ ਕਰਦੇ ਆ ਜਾਂ ਵੱਡੇ ਜਿੰਨੇ ਵੀ ਬਜ਼ੁਰਗ ਹੁੰਦੇ ਨਾ ਤਾਂ ਉਹ ਹਿੱਸੇ ਦੀ ਫਾਰਮ ਚ ਪਾਰਟ ਦੀ ਫਾਰਮ ਚ ਗੱਲ ਕਰ ਰਹੇ ਹੁੰਦੇ ਪਰ ਉਹਨਾਂ ਨੂੰ ਐਕਚੁਅਲੀ ਨਹੀਂ ਪਤਾ they are talking in the language of mathematics they are talking in the language of ratio ਉਹ ratio ਨੂੰ ਯੂਜ਼ ਕਰ ਰਹੇ ਆ ਸਮਝ ਰਹੇ ਹੋ ਮੇਰੀ ਗੱਲ yes sir ਹੁਣ ਆਪਾਂ ਇੱਕ ਜੇ ਐਗਜ਼ਾਮਪਲ ਕਰੀਏ ਆਪਦੀ ਬੁੱਕ ਚੋਂ ਤਾਂ ਤੁਹਾਨੂੰ ਉਹ ਐਗਜ਼ਾਮਪਲ ਉਹਦੇ ਨਾਲ ਦੇ ਕੁਐਸਚਨ ਬਹੁਤ ਈਜ਼ੀ ਲੱਗਣਗੇ ਤੇ ਪੇਪਰ 'ਚ ਆਏਗਾ ਵੀ ਜ਼ਰੂਰ ਠੀਕ ਹੈ ਸਟਾਰਟ ਕਰਨ ਤੋਂ ਪਹਿਲੇ ਇਹ ਐਗਜ਼ਾਮਪਲ ਸਟਾਰਟ ਕਰਨ ਤੋਂ ਪਹਿਲੇ ਨਾ yes sir ਮੈਂ ਤੁਹਾਨੂੰ ਆਹ ਗੱਲ ਰਿਮਾਈਂਡ ਕਰਾਉਣਾ ਚਾਹੁੰਦਾ ਦੁਬਾਰਾ ਤੋਂ ਦੱਸਣਾ ਚਾਹੁੰਦਾ ਕਿ ਟੋਟਲ ਕਿੰਨੇ ਪਾਰਟਸ ਹੈ 3 ਪਾਰਟਸ ਕਰਨੇ ਆ ਜਾਂ 5 ਪਾਰਟਸ ਕਰਨੇ ਆ ਟੋਟਲ ਅਮਾਉਂਟ ਨੂੰ ਆਪਾਂ ਟੋਟਲ ਨੰਬਰ ਆਫ ਪਾਰਟਸ ਨਾਲ ਡਿਵਾਈਡ ਕਰਤਾ ਤਾਂ ਇੱਕ ਪਾਰਟ ਦੀ ਵੈਲਿਊ ਆ ਗਈ ਸੀ ਇਹ ਮੋਸਟ ਇੰਪੋਰਟੈਂਟ ਹੈ ਇਹ ਗੱਲ ਯਾਦ ਰੱਖੋਗੇ yes sir ਹਾਂਜੀ I write here in the green pen ਤੁਸੀਂ ਬੋਲੋ ਇਸ ਚੀਜ਼ ਨੂੰ ਪਹਿਲੇ ਮੈਂ ਬੋਲਦਾ if we have to find the value of one part
how to find the value of one part, we will divide the actual money by total number of parts. We will divide the actual money by Actual the money. we will divide the total money divided by total number of parts will give us value of one part. ਬੋਲੋ ਐਸੇ ਚੀਜ਼ ਨੂੰ ਇੰਗਲਿਸ਼ ਹਿੰਦੀ ਪੰਜਾਬੀ ਜੋ ਮਰਜ਼ੀ ਚੱਲੇਗੀ ਮੈਨੂੰ ਸਾਰੀਆਂ ਆਉਂਦੀਆਂ. how to find the value of one part? We have to divide the total number of total number money with the number that we have to total we number of have to parts we have divided by total total number number of of parts. ठीक है. it will give the Value- value of one part. Well, it will give us the value of one part if we divide the total number of students divided by the total ratio total number of parts. If we divide total money divided by total number of parts, it will give us the value of each part, value of one part. Now let us start. Statement 4. ਕੋਈ ਵੀ ਇੱਕ ਬੱਚਾ ਪੜ੍ਹ ਦੋ. ਸ਼ਨਾਇਆ ਤੁਸੀਂ ਪੜੋ ਬੇਟੇ. ਕੋਈ ਹੋਰ ਮੈਂ ਇੱਕ ਬੱਚੇ ਨੂੰ ਤਾਂ ਕਹਿਣਾ ਉਹ ਬੱਚਾ ਕੋਈ ਵੀ ਕਹਿ ਸਕਦੇ ਗੱਲਾਂ ਫੀਲ ਕਰਨ ਵਾਲੀਆਂ ਨਹੀਂ ਹੈਗੀਆਂ. ਕੋਈ ਬੱਚਾ ਫੀਲ ਨਾ ਕਰੇ ਵੀ ਸ਼ਨਾਇਆ ਨੂੰ ਕਹਿ ਦਿੰਦੇ ਸ਼ਨਾਇਆ ਤਾਂ ਸਰ ਦੀ ਕੁੜੀ ਹੈਗੀ ਹੈ ਉਹਦੇ ਨਾਲ ਕੀ ਪ੍ਰਾਈਜ਼ ਮਿਲ ਜਾਣਾ ਕਿਸੇ ਨੂੰ. ਹਾਂਜੀ ਸ਼ਨਾਇਆ ਸਟੇਟਮੈਂਟ ਪੜ੍ਹਨਾ ਬੇਟੇ. The ratio of the number of boys to the number of girls in a class ਇੱਕ ਮਿੰਟ ਪਹਿਲੇ ਆਪਾਂ ਨਾ ਇੰਨੀ ਕੁ ਗੱਲ ਲਿਖ ਲਈਏ ਜੋ ਆਪਾਂ ਨੂੰ ਦਿੱਤੀ ਹੋਈ ਹੈ ਰੇਸ਼ੋ ਦਿੱਤੀ ਹੋਈ ਹੈ. ratio of ਰੇਸ਼ੋ ਕਿਹੜੀ ਰੇਸ਼ੋ ਦਿੱਤੀ ਹੋਈ ਹੈ? ਨੰਬਰ ਆਫ ਬॉयਜ਼ ਟੂ Number of ਦਾ boys ਮਤਲਬ ਹੁੰਦਾ to girls. ਡਿਵਾਈਡਡ ਬਾਈ 2 ਦਾ ਮਤਲਬ ਵੀ ਜਿਹੜੀ ਗੱਲ ਪਹਿਲੇ ਲਿਖੀ ਹੋਈ ਹੈ ਉਹ ਉੱਪਰ ਹੈ ਜਿਹੜੀ ਗੱਲ ਬਾਅਦ ਚੋਂ ਲਿਖੀ ਹੋਈ ਹੈ ਉਹ ਨੀਚੇ ਹੈ. ਠੀਕ ਹੈ ਜਾਂ ਇਸ ਤਰ੍ਹਾਂ ਲਿਖ ਲੈਂਦੇ ਆ ਬॉयਜ਼ ਰੇਸ਼ੋ ਉਸ ਤੋਂ ਬਾਅਦ ਕੀ ਗਰਲਸ ਕੱਲਾ ਬॉयਜ਼ ਗਰਲਸ ਨਹੀਂ ਨੰਬਰ ਆਫ ਬॉयਜ਼ ਟੂ ਦਾ ਨੰਬਰ ਆਫ ਗਰਲਸ. ਜਿਹੜੀ ਰੇਸ਼ੋ ਪਹਿਲੇ ਹੈ ਉਹ ਪਹਿਲੇ ਜਿਹੜਾ ਬਾਅਦ ਚੋਂ ਵਰਡ ਕਿਹਾ ਗਰਲਸ ਬਾਅਦ ਚੋਂ ਕਿਹਾ ਤਾਂ ਬਾਅਦ ਚੋਂ. ਠੀਕ ਹੈ ਤਾਂ ਮੀਨਸ ਔਰ ਇਨ ਦਾ ਈਜ਼ੀਐਸਟ ਵੇ ਸਮੋਲੈਸਟ ਵੇ ਅਗਰ ਆਪਾਂ ਲਿਖਣਾ ਹੋਵੇ 2:3 ਘੱਟ ਮੈਨੂੰ ਘੱਟ ਲਿਖਣਾ ਪਵੇ that is why I am writing it as B ratio G is given to us 2:3. ਹਾਂਜੀ ਅੱਗੋਂ ਪੜੋ. the ratio of the number of boys to the number of girls in a class is 2:3. Find the number of boys and girls in the class if the total number of students in the class is 45. ਜਦੋਂ ਗੱਲ ਆਪਾਂ 30 ਰੁਪੀਸ ਦੀ ਕਰ ਰਹੇ ਸੀਗੇ ਰੇਸ਼ੋ ਆਪਾਂ ਕਿਹਾ ਸੀ ਕਿ ਛੋਟੇ ਵਾਲੇ ਬ੍ਰਦਰ ਕੋਲ ਯੰਗਰ ਤੇ ਐਲਡਰ ਦੀ ਰੇਸ਼ੋ 2:3 ਸੀ. ਯਾਦ ਹੈ ਇਹ ਗੱਲ? ਹਾਂਜੀ. yes ਛੋਟੇ ਬ੍ਰਦਰ ਟੋਟਲ ਨੰਬਰ ਆਫ ਬॉयਜ਼ ਛੋਟੇ ਬ੍ਰਦਰ ਨੂੰ 2 ਪਾਰਟਸ ਪਰ ਮਨੀ ਕਿੰਨੀ ਮਿਲੀ ਸੀਗੀ? 12 rupees. ਕਿਵੇਂ ਫਾਈਂਡ ਆਊਟ ਕੀਤਾ ਸੀ? ਪਹਿਲੇ ਵੈਲਿਊ ਆਫ ਈਚ ਪਾਰਟ ਕੱਢਦੀ ਸੀਗੀ. ਮੀਨਸ Yes, sir. 30 ਨੂੰ ਟੋਟਲ ਕਿੰਨਾ ਹੈ? ਟੋਟਲ ਨੰਬਰ ਆਫ ਸਟੂਡੈਂਟ 45 ਹੈ. ਟੋਟਲ ਨੂੰ ਆਪਾਂ 3 + 2 5 ਨਾਲ ਡਿਵਾਈਡ ਕੀਤਾ ਸੀਗਾ. ਹਾਂਜੀ. ਯਾਦ ਆਇਆ? ਸਾਰੇ ਬੱਚਿਆਂ ਨੂੰ ਯਾਦ ਆਇਆ? sorry ਹੈਲੋ ਉਹ ਜਰੀ ਬੋਲ ਨਹੀਂ ਰਿਹਾ. ਕੋਈ ਗੱਲ ਨਹੀਂ. yes ਆ ਗੱਲ ਸਮਝ ਲੱਗੀ? ਪਿਛਲੇ ਕੁਐਸਚਨ ਚ ਆਪਾਂ ਕੀ ਕੀਤਾ ਸੀਗਾ? ਆਪਾਂ ਇਹ ਗੱਲ ਡਿਸਕਸ ਕੀਤੀ ਸੀ ਕਿ ਵੈਲਿਊ ਆਫ ਈਚ ਪਾਰਟ ਫਾਈਂਡ ਆਊਟ ਕਰ ਲੈਣੇ ਆ. ਉਹ ਕਿਵੇਂ ਫਾਈਂਡ ਆਊਟ ਕਰਨੀ ਹੈ? ਟੋਟਲ ਮਨੀ ਨੂੰ ਆਪਾਂ 3 + 2 5 ਨਾਲ ਡਿਵਾਈਡ ਕੀਤਾ ਸੀ. ਮੀਨਸ 45 ਨੂੰ ਅਗਰ ਆਪਾਂ 3 + 2 ਇੱਥੇ ਵੀ ਬਾਈ ਚਾਂਸ ਰੇਸ਼ੋ ਉਹੀ ਹੈ 3 + 2 5 ਨਾਲ ਡਿਵਾਈਡ ਕਰ ਦਾਂਗੇ ਤਾਂ ਫਿਰ ਆਪਾਂ ਫਾਈਂਡ ਆਊਟ ਕਰ ਸਕਦੇ ਹਾਂ ਫਿਰ ਦੋਨਾਂ ਦੀ ਅਲੱਗ-ਅਲੱਗ ਵੈਲਿਊਜ਼ ਫਾਈਂਡ ਆਊਟ ਕਰ ਸਕਦੇ ਹਾਂ. 30 ਨੂੰ ਜਦੋਂ ਆਪਾਂ 5 ਨਾਲ ਡਿਵਾਈਡ ਕੀਤਾ ਸੀ 6 ਆ ਗਿਆ ਸੀਗਾ. ਠੀਕ ਹੈ ਫਿਰ ਆਪਾਂ ਯੰਗਰ ਬ੍ਰਦਰ ਤੇ ਐਲਡਰ ਬ੍ਰਦਰ ਦੋਨਾਂ ਨੂੰ ਐਕਚੁਅਲ ਅਮਾਉਂਟ ਕਿੰਨੀ ਮਿਲੀ ਸੀਗੀ? ਐਕਚੁਅਲ ਅਮਾਉਂਟ ਦੋਨਾਂ ਨੂੰ ਕਿੰਨੀ ਮਿਲੀ ਸੀਗੀ? 2 ਨੂੰ ਤੇ 3 ਨੂੰ ਦੋਨਾਂ ਦੀ ਰੇਸ਼ੋ ਨੂੰ ਈਚ ਪਾਰਟ ਨਾਲ ਮਲਟੀਪਲਾਈ ਕਰ ਦਾਂਗੇ. 6 ਸਰ ਇੱਕ ਨੂੰ 12 ਮਿਲੀ ਸੀ ਤਾਂ ਇੱਕ ਨੂੰ 18 ਮਿਲੀ ਸੀ. ਇਸ ਤਰ੍ਹਾਂ ਹੀ ਕੀਤਾ ਸੀ ਨਾ Yes, sir. ਉਸੇ ਤਰ੍ਹਾਂ ਇੱਥੇ ਵੀ ਇਸ ਤਰ੍ਹਾਂ ਹੀ ਕਰਾਂਗੇ.
ਟੋਟਲ ਵਰਡਿੰਗ ਐਗਜ਼ੈਕਟਲੀ ਕਿਵੇਂ ਲਿਖਣੀ ਹੈ ਤੁਸੀਂ ਆਪਦੀ ਚਾਹੇ ਬੁੱਕ ਚੋਂ ਦੇਖ ਲੈਣਾ, ਨੋਟਬੁੱਕ ਚੋਂ ਦੇਖ ਲੈਣਾ, ਤੁਹਾਨੂੰ ਈਜ਼ੀਲੀ ਪਤਾ। ਮੇਨ ਗੱਲ ਇਹ ਕਿ ਸਮਝ ਲੱਗਣਾ ਚਾਹੀਦਾ। ਮੀਨਸ ਆਪਾਂ ਕੀ ਕਰਾਂਗੇ 45 ਨੂੰ ਕਿਹਦੇ ਨਾਲ ਡਿਵਾਈਡ ਕਰਾਂਗੇ 5 ਨਾਲ ਡਿਵਾਈਡ ਕਰਾਂਗੇ। ਜਦੋਂ 5 ਨਾਲ ਡਿਵਾਈਡ ਕੀਤਾ 5 ਦੇ ਟੇਬਲ ਚ 45 ਕਿੰਦੇ ਤੇ ਆਂਦਾ 9 ਤੇ ਆਂਦਾ। ਮੀਨਸ ਨੰਬਰ ਆਫ ਬॉयਜ਼ ਤੇ ਨੰਬਰ ਆਫ ਗਰਲਸ ਕਿੰਨੇ ਆ ਜਾਣਗੇ? ਇਹ 2 ਤੇ 3 ਕੀ ਸੀਗਾ? ਇਹ ਪਾਰਟਸ ਸੀ, ਇਹ ਐਕਚੁਅਲ ਅਮਾਉਂਟ ਨਹੀਂ ਸੀਗੀ। ਇਹ 2 ਤੇ 3 ਕੀ ਪਾਰਟਸ ਹੈ। ਇਹਦਾ ਮਤਲਬ ਇਹ ਨਹੀਂ ਹੈ ਕਿ ਕਲਾਸ ਵਿੱਚ 2 ਬੱਚੇ ਤੇ 2 ਬॉयਜ਼ ਹੈ ਤੇ 3 ਗਰਲਸ ਹੈ। ਨਹੀਂ, ਇਹਦਾ ਮਤਲਬ ਇਹ ਹੈ ਕਿ 2 ਹਿੱਸੇ ਬॉयਜ਼ ਹੈ ਤੇ 3 ਹਿੱਸੇ ਗਰਲਸ ਹੈ। ਮੀਨਸ ਬॉयਜ਼ ਦੀ ਰੇਸ਼ੋ ਤੇ ਗਰਲਸ ਦੀ ਰੇਸ਼ੋ ਦੋਨਾਂ ਨੂੰ ਆਪਾਂ ਕਿੰਦੇ ਨਾਲ ਮਲਟੀਪਲਾਈ ਕਰਨਾ ਹੈ? ਈਚ ਪਾਰਟ ਦੀ ਵੈਲਿਊ ਨਾਲ ਮਲਟੀਪਲਾਈ ਕਰਨਾ ਹੈ। ਇੱਥੋਂ ਤੱਕ ਜੇ ਕੋਈ ਡਾਊਟ ਹੈ ਤਾਂ ਪੁੱਛ ਲਓ। ਕਿੰਨੇ ਬੱਚੇ ਕਿੰਨੇ ਬॉयਜ਼ ਆ ਗਏ? 9 2s are 18, 9 3s are 27। ਇਹਨਾਂ ਨੂੰ ਜੇ ਐਡ ਕਰੋਗੇ ਕਿੰਨਾ ਆ ਜਾਊਗਾ? 27 ਤੇ 18 ਨੂੰ ਐਡ ਕਰੋਗੇ ਤਾਂ 45 ਆ ਜਾਏਗਾ ਨਾ। 45 ਮੀਨਸ ਕੁਐਸਚਨ ਖਤਮ ਹੋ ਗਿਆ। ਆਈ ਹੋਪ ਕਿ ਤੁਹਾਨੂੰ ਸਭ ਨੂੰ ਸਮਝ ਲੱਗ ਗਿਆ। 18:27 ਉਹਨਾਂ ਨੇ ਰੇਸ਼ੋ ਪੁੱਛੀ ਹੈ ਕਿ ਅਲੱਗ-ਅਲੱਗ ਵੈਲਿਊ ਪੁੱਛੀ ਹੈ ਵੀ ਟੋਟਲ ਬॉयਜ਼ ਕਿੰਨੇ ਤੇ ਗਰਲਸ ਕਿੰਨੇ ਹੈ। ਕੀ ਪੁੱਛਿਆ ਉਹਨਾਂ ਨੇ? ਫਾਈਂਡ ਦਾ ਨੰਬਰ ਆਫ ਬॉयਜ਼ ਐਂਡ ਨੰਬਰ ਆਫ ਗਰਲਸ in the class if the total students boys ਤੇ girls ਨੂੰ ਮਿਲਾ ਕੇ ਕਿੰਨੇ 45 ਹੈ। number of boys ਦੱਸੋ ਤੇ number of girls। number of boys 18 ਹੈ, number of girls 27 ਹੈ। ਬਸ ਇੱਥੇ ਕੁਐਸਚਨ ਖਤਮ ਹੋ ਗਿਆ। ਉਸ ਤੋਂ ਬਾਅਦ ਇਹਦੀ ਰੇਸ਼ੋ ਨਹੀਂ ਫਾਈਂਡ ਆਊਟ ਕਰਨੀ। ਅਗਰ ਤੁਸੀਂ ਸਪੋਜ਼ ਕਰੋ ਇਹਦੀ ਰੇਸ਼ੋ ਤੁਸੀਂ ਫਾਈਂਡ ਆਊਟ ਕਰਨ ਲੱਗ ਗਏ 18 ਤੇ 27 ਦੀ ਰੇਸ਼ੋ ਫਾਈਂਡ ਆਊਟ ਕਰਨ ਲੱਗ ਗਏ, ਇਹ ਤਾਂ ਉਨੀ ਆਣੀ ਚਾਹੀਦੀ ਹੈ 2:3 ਇੰਨੀ ਆ ਜਾਏਗੀ ਤੇ ਇਹ ਤਾਂ ਉਹਨਾਂ ਨੇ ਪਹਿਲੇ ਹੀ ਦਿੱਤੀ ਹੋਈ ਹੈ। ਵਾਈ ਸ਼ੁੱਡ ਵੀ ਫਾਈਂਡ ਇਟ? ਸਿੰਪਲੈਸਟ ਫਾਰਮ ਚ ਕਰੋ, ਖਾਨੂੰ ਕਰੋ ਸਿੰਪਲੈਸਟ ਫਾਰਮ। ਕਿਹੜੇ ਟੇਬਲ ਤੇ? 3 ਦੇ ਟੇਬਲ ਚ ਦੋਨੋਂ ਆਉਂਦੇ ਆ ਨਾ। 3 6 are Yes, sir. 3 6 are 18, 3 3 are 6 are 27, 9s are 27. 3 2s are 3 6, was a 3 3s are 9. 2s are 6, 3 3s are 9. 2/3 2:3. 2:3 ਆ ਗਿਆ। 2:3 ਠੀਕ ਹੈ। ਰੇਸ਼ੋ ਨਹੀਂ ਫਾਈਂਡ ਆਊਟ ਕਰਨੀ, ਉਹ ਤਾਂ ਦੁਬਾਰਾ ਆਪਾਂ ਵਾਪਸ ਪਹੁੰਚ ਜਾਾਂਗੇ। ਹਾਂ, ਜੇ ਆਪਾਂ ਨੂੰ ਤਾਂ ਇਹ ਗੱਲ ਠੀਕ ਹੈ। ਜੇ ਆਪਾਂ ਨੂੰ ਟੋਟਲ ਨੰਬਰ ਆਫ ਬॉयਜ਼ ਦਿੱਤਾ ਹੈ, ਟੋਟਲ ਨੰਬਰ ਆਫ ਗਰਲਸ ਦਿੱਤਾ ਹੈ, ਆਹ ਦੇਖੋ ਆਪਾਂ ਨੂੰ ਬॉयਜ਼ ਦਿੱਤੇ ਹੈ, ਗਰਲਸ ਦਿੱਤੇ ਹੈ ਤੇ ਆਪਾਂ ਨੂੰ ਕਿਹਾ ਜਾਵੇ ਉਹਨਾਂ ਦੀ ਰੇਸ਼ੋ ਦੱਸੋ ਕਲਾਸ ਵਿੱਚ ਬॉयਜ਼ ਕਿੰਨੇ ਤੇ ਗਰਲਸ ਕਿੰਨੇ ਹੈ। ਤਾਂ ਫਿਰ ਆਪਾਂ ਇਹਨਾਂ ਨੂੰ ਡਿਵਾਈਡ ਕਰ ਦਾਂਗੇ, ਰੇਸ਼ੋ ਪਤਾ ਲੱਗ ਜਾਏਗੀ। ਅਗਰ ਆਪਾਂ ਨੂੰ ਬॉयਜ਼ ਦਿੱਤੇ ਹੋਏ ਆ, ਗਰਲਸ ਦਿੱਤੇ ਹੋਏ ਆ, ਉਹਨਾਂ ਦੀ ਰੇਸ਼ੋ ਫਾਈਂਡ ਆਊਟ ਕਰਨੀ ਹੈ ਤਾਂ 18/27 ਕਰਕੇ ਤਾਂ ਰੇਸ਼ੋ ਆ ਜਾਏਗੀ। ਅੱਛਾ ਇੱਕ ਗੱਲ ਦੱਸੋ, ਇਹ ਗੱਲ ਦੱਸੋ ਕਿ ਬॉयਜ਼ ਕਿੰਨੇ ਹੈ? 18 ਹੈ, ਠੀਕ ਹੈ। ਮੈਂ ਆਪਦੇ ਕੋਲੋਂ ਬॉयਜ਼ ਕਿੰਨੇ ਹੈ? 18 ਹੈ। ਟੋਟਲ ਸਟੂਡੈਂਟਸ ਕਿੰਨੇ ਹੈ ਕਲਾਸ ਵਿੱਚ? 45 ਹੈ। ਪਰ ਮੈਂ ਕੀ ਕਿਹਾ? ਬॉयਜ਼ ਦੀ ਰੇਸ਼ੋ ਗਰਲਸ ਨਾਲ ਫਾਈਂਡ ਆਊਟ ਕਰੋ। ਉਹ ਭਾਈ ਕਿਵੇਂ ਫਾਈਂਡ ਆਊਟ ਕਰੋਗੇ? ਪਹਿਲੇ ਗਰਲਸ ਦੀ ਵੈਲਿਊ ਵੀ ਤਾਂ ਦੇਣ ਨਾ। ਗਰਲਸ ਦੀ ਵੈਲਿਊ ਤਾਂ ਦਿੱਤੀ ਨਹੀਂ, ਟੋਟਲ ਸਟੂਡੈਂਟਸ ਦੇ ਤੇ। ਬॉयਜ਼ ਦੀ ਵੈਲਿਊ ਤਾਂ ਦੇਤੀ, ਗਰਲਸ ਦੀ ਵੈਲਿਊ ਦਿੱਤੀ ਨਹੀਂ। ਗਰਲਸ ਦੀ ਵੈਲਿਊ ਕਿਵੇਂ ਆਏਗੀ? ਸਰ 18 ਨੂੰ 45 ਦੇ ਨਾਲ ਸਰ ਡਿਵਾਈਡ। ਟੋਟਲ ਸਟੂਡੈਂਟ 45 Yes, ਹੈ, sir. ਟੋਟਲ ਸਟੂਡੈਂਟ 45 ਹੈ। ਇੱਕ ਸਿੰਪਲ ਜਿਹਾ ਕੁਐਸਚਨ ਹੈ, ਛੋਟੇ ਬੱਚੇ ਨੂੰ ਵੀ ਪੁੱਛ ਲਈਏ ਵੀ ਤੁਹਾਡੀ ਕਲਾਸ ਟੋਟਲ 45 ਸਟੂਡੈਂਟਸ ਹੈ, ਵਿੱਚੋਂ 18 ਬॉयਜ਼ ਹੈ, ਗਰਲਸ ਕਿੰਨੀਆਂ ਰਹਿ ਗਈਆਂ? ਸਬਟ੍ਰੈਕਟ ਕਰ ਦਿਓ। ਹਾਂਜੀ 45 ਚੋਂ 18 ਸਬਟ੍ਰੈਕਟ ਕਰ ਦਾਂਗੇ ਤਾਂ ਬਾਕੀ ਦੀ ਆਪਣੇ ਕੋਲ ਗਰਲਸ ਆ ਜਾਣਗੀਆਂ। ਠੀਕ ਹੈ। ਹੁਣ ਤੁਸੀਂ ਰੇਸ਼ੋ ਅਗਰ ਬॉयਜ਼ ਤੇ ਗਰਲਸ ਦੀ ਰੇਸ਼ੋ ਫਾਈਂਡ ਆਊਟ ਕਰਨੀ ਹੈ, ਹੁਣ ਆਪਾਂ ਰੇਸ਼ੋ ਫਾਈਂਡ ਆਊਟ ਕਰ ਸਕਦੇ ਹਾਂ 18/27 18/27 ਕੈਂਸਲ ਕਰਕੇ ਜੋ ਵੀ ਆ ਜਾਏ, ਠੀਕ ਹੈ ਨਾ। ਤਾਂ ਰੇਸ਼ੋ ਕੀ ਆ ਜਾਏਗੀ? 2:3। 2:3 ਮੈਂ ਦੁਬਾਰਾ ਤੋਂ ਪੁੱਛਦਾ, ਮੀਨਸ ਕਲਾਸ ਵਿੱਚ ਟੋਟਲ 50 ਸਟੂਡੈਂਟਸ ਹੈ। ਟੋਟਲ ਸਟੂਡੈਂਟਸ ਕਿੰਨੇ ਹੈ? 50 ਠੀਕ ਹੈ। ਵਿੱਚੋਂ ਗਰਲਸ ਹੈਗੀਆਂ ਜੀ 30 ਜਾਂ 40। ਕਿੰਨੀਆਂ ਗਰਲਸ ਹੈ? 40। ਠੀਕ ਹੈ। ਪਰ ਮੈਂ ਕੀ ਕਿਹਾ? ਰੇਸ਼ੋ ਫਾਈਂਡ ਆਊਟ ਕਰੋ। ਮੈਂ ਕਿਹੜੀ ਰੇਸ਼ੋ ਕਹਿ ਰਿਹਾ? ਬॉयਜ਼ ਦੀ ਗਰਲਸ ਨਾਲ ਰੇਸ਼ੋ, ਗਰਲਸ ਦੀ ਬॉयਜ਼ ਨਾਲ ਰੇਸ਼ੋ, ਬॉयਜ਼ ਦੀ ਟੋਟਲ ਸਟੂਡੈਂਟਸ ਨਾਲ ਰੇਸ਼ੋ, ਗਰਲਸ ਦੀ ਟੋਟਲ ਸਟੂਡੈਂਟਸ ਨਾਲ ਰੇਸ਼ੋ। ਆ ਸਾਰੀਆਂ ਰੇਸ਼ੋ ਫਾਈਂਡ ਆਊਟ ਕਰਨੀ ਹੈ। ਦੇਖੋ ਜੇ ਬॉयਜ਼ ਦੀ ਗਰਲਸ ਨਾਲ ਰੇਸ਼ੋ ਫਾਈਂਡ ਆਊਟ ਕਰਨੀ ਹੈ, ਗਰਲਸ ਦੀ ਗਰਲਸ ਦੀ ਵੈਲਿਊ ਤਾਂ ਆਪਣੇ ਕੋਲ ਹੈਗੀ 40, ਬॉयਜ਼ ਦੀ ਵੈਲਿਊ ਹੈ ਨਹੀਂ, ਤਾਂ ਬॉयਜ਼ ਦੀ ਵੈਲਿਊ ਪਹਿਲੇ ਫਾਈਂਡ ਆਊਟ ਕਰਨੀ ਪਏਗੀ ਨਾ। ਨੰਬਰ ਆਫ
ਬॉयਜ਼ ਕਿੰਨੇ ਹੋਣਗੇ ਟੋਟਲ ਸਟੂਡੈਂਟਸ 50 ਹੈ ਬॉयਜ਼ ਕਿੰਨੇ ਹੋਣਗੇ ਗਰਲਸ ਦੀ ਵੈਲਿਊ ਵਿੱਚੋਂ ਘਟਾ ਦਿਓ ਸਬਟਰੈਕਟ ਕਰ ਦਿਓ ਤਾਂ ਆਪਣੇ ਕੋਲ ਬॉयਜ਼ ਕਿੰਨੇ ਆ ਗਏ 10 ਬॉयਜ਼ ਹੈ ਕਲਾਸ ਵਿੱਚ ਸਿਰਫ ਬॉयਜ਼ ਬਾਈ ਗਰਲਸ 10 ਬਾਈ 40 ਇਜ਼ ਦੈਟ ਕਲੀਅਰ ਹਾਂਜੀ Yes, sir. ਬੜੀ ਸਿੰਪਲ ਟਾਸਕ ਹੈ ਬੇਟੇ ਬੜੀ ਸਿੰਪਲ ਗੱਲ ਆਪਾਂ ਕਰ ਰਹੇ ਹਾਂ ਟੋਟਲ ਸਟੂਡੈਂਟਸ 50 ਹੈ ਵਿੱਚੋਂ ਗਰਲਸ ਕਿੰਨੀਆਂ 40 ਤਾਂ ਬॉयਜ਼ ਕਿੰਨੇ ਰਹਿ ਗਏ 10 ਰਹਿ ਗਏ ਨਾ 10 ਪਲੱਸ 40 50 ਸਟੂਡੈਂਟਸ ਹੋ ਗਏ ਜੇ ਬॉयਜ਼ ਦੀ ਗਰਲਸ ਨਾਲ ਰੇਸ਼ੋ ਕੱਢਣੀ ਹੈ ਬॉयਜ਼ ਟੂ ਦਾ ਗਰਲ ਤਾਂ बॉयज ऊपर लिखना है गर्ल्स नीचे लिखना है अगर क्या जाए फाइंड द रेशो ऑफ नंबर ऑफ गर्ल्स टू द नंबर ऑफ बॉयज तो फिर गर्ल्स की वैल्यू ऊपर लिखनी है गर्ल्स डिवाइडेड बाय बॉयज गर्ल्स कितनी है 40 फिर 10 बाय 40 है ना ये 40 बाय 10 हो जाएगा समझ लग गई बेटे ਹਾਂਜੀ ऐसे दसो की आ जाएगा Yes, sir. ऐसे दसो 10/50 एक बच्चे नहीं पता है 10/50. ठीक Sir, दस्या मेरा mic. Sir, मेरा mic mute था. हाँ Sir, 10/50 ठीक है. दस्या शनाया ने ठीक दस्या मींस मनवीर Yes, sir. जिन्हें भी दस्या 10/50 Sir, 10/50 ऐसे है. दसो कितना होगा Sir, 40/50. 50/10. sir 40 गर्ल्स कितनी है 40 40/50 40 upon टोटल स्टूडेंट्स 40 by 50. तो जो total कैंसिलेशन students करेंगे sir हाँ जी हाँ जी हाँ जी ਸਰ ਮੈਨੂੰ ਲੱਗਿਆ ਕਿ ਉਹ ਨੀਚੇ ਬॉयਜ਼ ਦਾ ਲਿਖਿਆ ਹੋਇਆ ਬਟ ਉੱਥੇ ਲਿਖਿਆ ਸੀ ਟੋਟਲ ਸਟੂਡੈਂਟ ਤੇ ठीक है ਮੈਨੂੰ कोई doubt गल नहीं ਹੋਇਆ। बेटे कई बार डाउट हो जाता है और नीचे टीएस लिखा टीएस का मतलब टोटल स्टूडेंट है बॉयज अगर ये चीज फाइंड आउट करनी है तो इनके वास्ते बुक वाले अपन वर्डिंग की कहेंगे फाइंड द रेशो ऑफ बॉयज टू द टोटल नंबर ऑफ स्टूडेंट्स ਇੱਥੇ ਆਪਾਂ ਨੂੰ ਕਹਿਣਗੇ ਫਾਈਂਡ ਦਾ ਰੇਸ਼ੋ ਆਫ ਨੰਬਰ ਆਫ ਗਰਲਸ ਟੂ ਦਾ ਟੋਟਲ ਨੰਬਰ ਆਫ ਸਟੂਡੈਂਟਸ ਠੀਕ ਹੈ ਤਾਂ 10/4 ਮੈਂ ਉਮੀਦ ਕਰਦਾ ਆਈ ਹੋਪ ਕਿ ਤੁਹਾਨੂੰ ਸਾਰਿਆਂ ਨੂੰ ਆ ਸਾਰਾ ਕਨਸੈਪਟ ਸਮਝ ਲੱਗ ਗਿਆ ਹੈ ਮੀਨਸ ਰੇਸ਼ੋ ਕਿਵੇਂ Yes, ਫਾਈਂਡ sir. ਆਊਟ ਕਰਨੀ ਹੈ ਹਾਂਜੀ। ਰੇਸ਼ੋ ਕਿ ਜੇ ਸਟੂਡੈਂਟਸ ਇੱਥੇ ਆ ਦੋਨੋਂ ਨਾ ਜਿਹੜਾ ਆ ਕੀ ਲਿਖਾਂ ਟਾਈਪ A ਲਿਖ ਦੇਣਾ ਤੇ ਟਾਈਪ B ਲਿਖ ਦੇਣਾ ਟਾਈਪ A ਤੇ ਟਾਈਪ B ਇਹਨਾਂ ਦੋਨਾਂ 'ਚ ਫਰਕ ਕੀ ਹੈ ਸਟੂਡੈਂਟਸ ਦੀ ਗਿਣਤੀ ਦਿੱਤੀ ਹੋਈ ਸੀ ਆਪਾਂ ਰੇਸ਼ੋ ਫਾਈਂਡ ਆਊਟ ਕਰਨੀ ਸੀ ਇਸ ਟਾਈਪ A 'ਚ ਕੀ ਹੈ ਰੇਸ਼ੋ ਦਿੱਤੀ ਹੋਈ ਹੈ ਆਪਾਂ ਗਿਣਤੀ ਫਾਈਂਡ ਆਊਟ ਕਾਊਂਟਿੰਗ ਫਰਕ ਸਮਝ ਲੱਗ ਗਿਆ ਬੇਟੇ Yes. sir. आई रिपीट दिस थिंग टाइप बी च की है स्टूडेंट्स ਦਿੱਤੇ ਹੋਏ ਹੈ ਚਾਹੇ ਟੋਟਲ ਸਟੂਡੈਂਟਸ ਹੈ ਨੰਬਰ ਆਫ ਬॉयਜ਼ ਹੈ ਨੰਬਰ ਆਫ ਗਰਲਸ ਹੈ ਇਹ ਆਪਾਂ ਨੂੰ ਦਿੱਤੇ ਹੋਏ ਹੈ ਤੇ ਆਪਾਂ ਰੇਸ਼ੋ ਫਾਈਂਡ ਆਊਟ ਕਰਨੀ ਸੀਗੀ ਇੱਥੇ ਕੀ ਉਲਟੀ ਰੇਸ਼ੋ ਦਿੱਤੀ ਹੋਈ ਹੈ ਆਪਾਂ ਨੰਬਰ ਆਫ ਬॉयਜ਼ ਤੇ ਨੰਬਰ ਆਫ ਗਰਲਸ ਫਾਈਂਡ ਆਊਟ ਕਰਨਾ ਹੈ ਫਰਕ ਸਮਝ ਲੱਗ ਗਿਆ Yes, sir. ਉਹ ਗੱਲ Yes, ਲੱਗ ਗਿਆ yes, ਕਿ ਆਪਾਂ ਆਨਸਰ ਜਿਹੜਾ ਸਿੰਪਲੈਸਟ ਫਾਰਮ ਚ ਦੇਈਦਾ ਹੁੰਦਾ 10/40 ਨੂੰ ਜੇ ਸਬਟਰੈਕਟ ਕੀਤਾ ਜਾ ਕੈਂਸਲੇਸ਼ਨ ਕੀਤੀ ਜਾ ਸਕਦੀ ਹੈ ਕੈਂਸਲ ਕਰ ਦਿਓ 10 ਦੇ ਟੇਬਲ ਚ ਜਾਂ ਤਾਂ 0 ਨਾਲ 0 ਕੈਂਸਲ ਕਰ ਦਿਓ ਜਾਂ 10 ਦੇ ਟੇਬਲ ਤੇ ਕੈਂਸਲ ਕਰ ਦਿਓ 10 ਦੇ ਟੇਬਲ ਚ 10 ਕਿੱਥੇ ਆਂਦਾ 1 ਤੇ 10 ਦੇ ਟੇਬਲ ਚ 40 ਕਿੱਥੇ ਆਂਦਾ 40 ਤੇ 10 4s are 40 1/4 ਪਰ ਰੇਸ਼ੋ ਕਿਸ ਤਰ੍ਹਾਂ ਲਿਖੋਗੇ ਮੇਰੇ ਕੋਲ ਜਗ੍ਹਾ ਨਹੀਂ ਹੈਗੀ ਤੁਸੀਂ ਇਹ ਲਿਖੋਗੇ ਰਿਕੁਆਇਰਡ 1:4 ਤੁਸੀਂ ਲਿਖਣ ਦਾ ਤਰੀਕਾ ਕੀ ਹੈ 1:4 ਲਿਖਣ ਦਾ ਤਰੀਕਾ ਕੀ ਹੈ ਰਿਕੁਆਇਰਡ ਰੇਸ਼ੋ ਵਿਲ ਬੀ 1:4 ਓਕੇ ਸਰ ठीक है Yes, sir. मैं कल इंप्लाइज का साइन पाता पर इथे लिखना है रिक्वायर्ड रेशो इज 1:4 या 1:4 0 ना 0 कैंसिल करती ठीक है 4/1 आ गया है ना पर इथे ਆਪਾਂ ਨਾ ਹੁਣ ਆਪਾਂ ਰੇਸ਼ੋ ਦੀ ਗੱਲ ਕਰ ਰਹੇ ਹਾਂ ਇੱਥੇ ਆਪਾਂ ਇਹ ਨਹੀਂ ਕਹਿਣਾ ਨੀਚੇ ਵਾਲਾ 1 ਛੱਡ ਦੇਣਾ ਆਪਾਂ ਰੇਸ਼ੋ ਦੀ ਗੱਲ ਕਰ ਰਹੇ ਹਾਂ ਤਾਂ ਆਪਾਂ ਕੀ ਲਿਖਾਂਗੇ in this case required ratio is 4:1 आई होप सब ਨੂੰ ਸਮਝ ਲੱਗ ਗਿਆ ਇਹਦੀ ਰੇਸ਼ੋ ਆਪਣੇ ਕੋਲ ਆ ਜਾਏਗੀ 1:5 ਤੇ ਇਸ ਪਾਰਟ ਦੀ ਰੇਸ਼ੋ ਆ ਜਾਏਗੀ 4:5 ਸਕਰੀਨਸ਼ਾਟ ਲੈ ਲਓ ਮੈਂ ਪਾਣੀ ਪੀ नहीं, तेरा mic mute है. ਹਾਂ ਹੁਣ ਪੁੱਛੋ ਰਿਕਾਰਡਿੰਗ ਔਨ ਕਰਤੀ ਹਾਂ ਇਹ ਸਰ ਜਿੱਦਾਂ ਮਤਲਬ ਟਾਈਪ B ਦੇ ਵਿੱਚ ਜਦੋਂ ਤੁਸੀਂ ਦੱਸਿਆ ਸਾਨੂੰ ਕਿ ਮਤਲਬ ਕਿ ਨੰਬਰ ਆਫ ਬॉयਜ਼ ਇਜ਼ ਟੂ ਨੰਬਰ ਸੌਰੀ ਨੰਬਰ ਆਫ ਬॉयਜ਼ ਅਪਨ ਨੰਬਰ ਆਫ ਗਰਲਸ ਸਰ ਇਹਦੇ ਵਿੱਚ ਜਿੰਨੇ ਵੀ ਮਤਲਬ ਜਿਹਦਾ ਆਨਸਰ ਇਹਦਾ ਆਇਆ 1/4 ਤੇ ਸਾਰਿਆਂ ਦੇ ਮਤਲਬ ਸਾਨੂੰ ਰੇਸ਼ੋ ਕੱਢਣੇ ਪੈਣਗੇ ਜਦੋਂ ਗਰਲਸ ਅਪਨ ਬॉयਜ਼ ਹੈ ਤੇ ਬॉयਜ਼ ਅਪਨ ਟੋਟਲ ਸਟੂਡੈਂਟਸ गर्ल्स अपॉन टोटल स्टूडेंट्स सारे दे करने ਹਾਂ ਬੇਟੇ ਮੈਂ ਜਿਹੜਾ ਕੁਐਸਚਨ ਮੈਂ ਆਪਦੇ ਕੋਲੋਂ ਇਹ ਕੁਐਸਚਨ ਬਣਾਇਆ ਨਾ ਤਾਂ ਇਸ ਕੁਐਸਚਨ ਦੇ ਵਿੱਚ ਮੈਂ ਇਹ ਕਹਿ ਰਿਹਾ ਕਿ ਫਾਈਂਡ ਦਾ ਰੇਸ਼ੋ ਆਫ ਨੰਬਰ ਆਫ ਬॉयਜ਼ ਟੂ ਦਾ ਨੰਬਰ ਆਫ ਗਰਲਸ
ਇਹ ਪਾਰਟ 1 ਹੈ। Okay, sir. ਫਿਰ ਸੈਕਿੰਡ ਪਾਰਟ 'ਚ ਮੈਂ Okay, ਇਹ ਕਹਿ ਰਿਹਾ ਕਿ ਫਾਈਂਡ ਦਾ ਰੇਸ਼ੋ ਆਫ ਨੰਬਰ ਆਫ ਗਰਲਸ ਟੂ ਦਾ ਨੰਬਰ ਆਫ ਬॉयਜ਼। ਜੇ ਗਰਲਸ ਪਹਿਲੇ ਬੋਲਿਆ ਹੈ ਤਾਂ ਜੀ ਉੱਪਰ ਲਿਖਣਾ ਹੈ, ਬੀ ਨੀਚੇ ਲਿਖਣਾ ਹੈ, ਠੀਕ ਹੈ। ਤੁਸੀਂ ਪੂਰਾ ਲਿਖ ਲੈਣਾ ਨੰਬਰ ਆਫ ਗਰਲਸ ਡਿਵਾਈਡਡ ਬਾਈ ਨੰਬਰ ਆਫ ਬॉयਜ਼, ਠੀਕ ਹੈ। ਮੇਰੇ ਕੋਲ ਜਗ੍ਹਾ ਘੱਟ ਹੈ ਤਾਂ ਕਰਕੇ ਮੈਂ ਘੱਟ ਲਿਖ ਰਿਹਾ, ਠੀਕ ਹੈ। ਤਾਂ ਤੁਸੀਂ ਇੱਥੇ ਇੱਥੇ ਮੈਂ ਕੀ ਕਹੂੰਗਾ ਥਰਡ ਪਾਰਟ 'ਚ ਆਲਸੋ ਫਾਈਂਡ ਦਾ ਰੇਸ਼ੋ ਆਫ ਮੀਨਸ ਇਹ 4 ਪਾਰਟਸ ਹੈ ਇੱਕ ਕੁਐਸਚਨ ਦੇ, ਠੀਕ ਹੈ। ਕਿਸੇ ਵੀ ਫਾਰਮ 'ਚ Okay, ਆਪਣੇ ਕੋਲ sir. ਕੁਐਸਚਨ ਆ ਜੇ ਯੂ ਵਿਲ ਬੀ ਏਬਲ ਟੂ ਡੂ ਨਾਓ। ਹਾਂਜੀ ਬੇਟੇ, ਤਾਂ ਆਪਾਂ ਇਹ ਕੁਐਸਚਨ ਨੰਬਰ ਇਹ ਆਪਾਂ ਐਗਜ਼ਾਮਪਲ 4 ਕੀਤੀ ਹੈ, ਠੀਕ ਹੈ। ਹੁਣ ਆਪਾਂ ਇਸ ਐਗਜ਼ਾਮਪਲ ਨਾਲ ਤੁਹਾਨੂੰ ਬੜੇ ਅੱਛੇ ਤਰੀਕੇ ਨਾਲ ਸਮਝ ਤਾਂ ਲੱਗ ਗਈ ਹੈ, ਪਰ ਤੁਸੀਂ ਇਹ ਕਹਿ ਰਹੇ ਹੋ ਕਿ ਤੁਹਾਡੇ ਕਲਾਸ ਟੀਚਰ ਦਾ ਮੈਥਡ ਤੇ ਮੇਰੇ ਮੈਥਡ 'ਚ ਥੋੜਾ ਜਿਹਾ ਡਿਫਰੈਂਸ ਹੈ, ਤਾਂ ਕਰਕੇ ਮੈਥਡ ਇਹ ਬਿਲਕੁਲ ਠੀਕ ਹੈ। ਤਾਂ ਤੁਸੀਂ ਆਪਾਂ ਹੁਣ ਕੀ ਕਰਦੇ ਹਾਂ, ਇਸ ਐਗਜ਼ਾਮਪਲ ਨੂੰ ਪ੍ਰੋਪਰ ਵਰਡਿੰਗ ਦੀ ਫਾਰਮ 'ਚ ਲਿਖ ਰਹੇ ਹਾਂ ਤਾਂ ਕਿ ਬਾਕੀ ਦੇ ਕੁਐਸਚਨ ਤੁਸੀਂ ਆਪਣੇ ਆਪ ਪ੍ਰੋਪਰ ਵਰਡਿੰਗ 'ਚ ਲਿਖ ਸਕੋ। ਤਾਂ ਉਹਦੇ ਲਈ ਜਿਹੜਾ 45/9 ਹੈ ਇਹਨੂੰ ਪਹਿਲੇ ਮੈਂ ਇਰੇਜ਼ ਕਰ ਰਿਹਾ ਤਾਂ ਕਿ ਸੋ ਦੈਟ ਆਈ ਕੈਨ ਗੈਟ ਦਾ ਮੈਨੂੰ ਜਗ੍ਹਾ ਮਿਲ ਜੇ ਲਿਖਣ ਵਾਸਤੇ। ਹਾਂਜੀ ਬੋਲਿਓ ਬੇਟੇ, ਬॉयਜ਼ ਤੇ ਗਰਲਸ ਦੀ ਰੇਸ਼ੋ ਕਿੰਨੀ ਹੈ? 2:3। ਤਾਂ ਆਪਾਂ 2:3 ਹੁਣ ਆਪਾਂ ਨੂੰ ਟੋਟਲ ਪਾਰਟਸ ਕਿੰਨੇ ਹੋ ਗਏ? 5 ਹੋ ਗਏ ਨਾ। ਤਾਂ ਆਪਾਂ ਲਿਖਾਂਗੇ ਟੋਟਲ ਨੰਬਰ ਆਫ ਪਾਰਟਸ। total number of parts 2 plus 3 2 plus is 3 equal equals to 5. ਹੁਣ ਆਪਾਂ ਕੀ ਲਿਖਾਂਗੇ? ਵੈਲਿਊ ਆਫ Value of 5 ਵੈਲਿਊ ਆਫ ਈਚ ਪਾਰਟ ਜਾਂ ਵਨ part. ਪਾਰਟ। ਵੈਲਿਊ ਆਫ each part. Part ਈਚ ਜਾਂ ਵਨ ਇੱਕੋ ਹੀ ਗੱਲ ਹੁੰਦੀ ਹੈ। ਈਚ Each ਪਾਰਟ part ਕਿੰਨੀ is ਹੋਏਗੀ? equals to ਹਾਊ ਟੂ ਫਾਈਂਡ ਟੋਟਲ ਅਮਾਉਂਟ ਮੀਨਸ ਇੱਥੇ ਟੋਟਲ ਅਮਾਉਂਟ ਕੀ ਹੈ? ਟੋਟਲ ਨੰਬਰ ਆਫ ਸਟੂਡੈਂਟਸ ਹੈ ਡਿਵਾਈਡਡ ਬਾਈ ਟੋਟਲ ਨੰਬਰ ਆਫ ਪਾਰਟਸ, ਠੀਕ ਹੈ। 5. 5 5 nines are 45. equals to Is equal 9. to ਤਾਂ 9 ਨੰਬਰ ਆਫ multiplied ਬॉयਜ਼ by ਕਿਵੇਂ ਫਾਈਂਡ ਆਊਟ 2. ਕਰਾਂਗੇ? ਜਿਹੜੀ ਰੇਸ਼ੋ ਹੈ ਨੰਬਰ ਆਫ ਬॉयਜ਼ ਦੀ ਰੇਸ਼ੋ ਕਿੰਨੀ ਹੈ? 2 ਹੈ। 2 9 multiplied by 2 ਨੂੰ ਈਚ ਪਾਰਟ ਨਾਲ ਵੈਲਿਊ ਆਫ ਈਚ ਪਾਰਟ ਨਾਲ ਮਲਟੀਪਲਾਈ ਕਰ ਦਾਂਗੇ। ਇਹਨੂੰ ਵੀ ਮੈਂ ਇਰੇਜ਼ ਕਰਕੇ ਦੁਬਾਰਾ ਤੋਂ ਲਿਖ ਦਿੰਦਾ। ਬੋਲੇ ਬੇਟੇ ਇਹ 2 2 2 into into 2 Nine. multiplied by 9 equals to equals to 9 ਤਾਂ ਪਹਿਲੇ ਹੀ ਆਪਾਂ ਲਿਖਿਆ ਹੋਇਆ ਸੀਗਾ। ਆਪਾਂ ਇੱਕ ਵਰਡਿੰਗ ਲਿਖ ਰਹੇ ਹਾਂ ਨਾ ਉਹ ਤਾਂ ਕਿ multiply ਕਰ ਦੇਣਾ ਹੈ ਤੁਹਾਨੂੰ ਨਾ। ਫਿਊਚਰ ਸਮਝ ਲੱਗਿਆ ਰਵੇ। ਵੈਲਿਊ ਆਫ ਈਚ ਪਾਰਟ 2 ਨੂੰ ਤੇ Value 3 of ਨੂੰ each ਜੋ ਵੀ ਰੇਸ਼ੋ ਹੈ ਦੋਨਾਂ ਦੀ, ਉਹਨਾਂ ਦੋਨਾਂ ਦੀ ਰੇਸ਼ੋ ਨੂੰ ਵੈਲਿਊ ਆਫ ਈਚ ਪਾਰਟ। each part equals ਅਗਰ to ਮੈਂ ਪਹਿਲੇ ਦੇਖ ਲੈਂਦਾ ਤਾਂ ਫਿਰ ਮੈਂ ਐਗਜ਼ੈਕਟਲੀ ਤੁਹਾਡੇ ਟੀਚਰ ਦੇ ਜਿਸ ਤਰ੍ਹਾਂ ਤੁਹਾਨੂੰ ਕਲਾਸ 'ਚ ਕਰਾਇਆ ਗਿਆ ਉਸੇ ਤਰੀਕੇ ਨਾਲ ਕਰਾ ਦੇਣਾ ਸੀਗਾ, ਬਟ ਇਟ ਡਸਨਟ ਮੈਟਰ। ਵੈਲਿਊ ਆਫ ਈਚ each ਪਾਰਟ, part ਹਰੇਕ ਕੁਐਸਚਨ ਦੇ ਵਿੱਚ ਆਪਾਂ ਹਰੇਕ ਈਚ ਪਾਰਟ ਦੀ ਵੈਲਿਊ ਕੱਢ ਦਾਂਗੇ ਤੇ equals to ਉਹਨੂੰ ਆਪਾਂ ਰੇਸ਼ੋ ਨਾਲ ਮਲਟੀਪਲਾਈ ਕਰ ਦਾਂਗੇ। ਅਗਰ ਰੇਸ਼ੋ 2 ਹੈ ਤਾਂ 2 ਨਾਲ ਮਲਟੀਪਲਾਈ ਕਰ ਦਾਂਗੇ, ਅਗਰ 3 ਹੈ ਤਾਂ 3 ਨਾਲ ਮਲਟੀਪਲਾਈ ਕਰ ਦਾਂਗੇ। 2 multiplied by 9 equals to 18. 18 ਤੇ 3 3 multiplied by 9 equals to 27. 27. ਤੁਹਾਡਾ ਕੁਐਸਚਨ ਠੀਕ ਹੈ, ਗਲਤ ਹੈ, ਉਹਨਾਂ ਨੂੰ ਐਡ ਕਰਕੇ ਦੇਖ ਲੈਣਾ। ਐਡ ਕਰਕੇ ਟੋਟਲ ਵੈਲਿਊ 45 ਆਣੀ ਚਾਹੀਦੀ ਹੈ। ਹੁਣ ਬੇਟੇ ਗੱਲ ਕਲੀਅਰ ਹੈ ਸਾਰੇ ਬੱਚਿਆਂ ਨੂੰ? Yes, sir. ਓਕੇ ਹਾਂਜੀ ਬੇਟੇ, Yes, sir. ਤਾਂ ਆਪਾਂ ਕੁਐਸਚਨ ਨੰਬਰ 4 5 6 ਕਰਨਾ ਹੈ। ਜਲਦੀ ਜਲਦੀ ਕਰ ਲੈਣੇ ਕੁਐਸਚਨ ਨੰਬਰ 4 5 6। ਪਰ ਕੁਐਸਚਨ ਸਟਾਰਟ ਕਰਨ ਤੋਂ ਪਹਿਲੇ ਤੁਹਾਨੂੰ ਯਾਦ ਹੋਣਾ ਚਾਹੀਦਾ ਹੈ ਕਿ ਆਪਾਂ ਮੈਥਡ ਕੀ ਡਿਸਕਸ ਕੀਤਾ ਹੈ। ਅਗਰ ਆਪਾਂ ਨੂੰ ਈਚ ਪਾਰਟ ਦੀ ਵੈਲਿਊ ਪਤਾ ਲੱਗ ਜਾਏ, ਉਹਨੂੰ ਆਪਾਂ ਰੇਸ਼ੋ ਨਾਲ ਮਲਟੀਪਲਾਈ ਕਰ ਦਾਂਗੇ ਤਾਂ ਐਗਜ਼ੈਕਟਲੀ ਆਪਾਂ ਨੂੰ ਲੈਂਥ ਜਾਂ ਨੰਬਰ ਆਫ ਸਟੂਡੈਂਟਸ ਪਤਾ ਲੱਗ ਜਾਣਗੇ। ਇਜ਼ ਦੈਟ ਕਲੀਅਰ? Yes, sir. ਅਗਰ ਆਪਾਂ ਕੁਐਸਚਨ ਨੰਬਰ ਜਦੋਂ ਮੈਂ ਲੈਂਥ ਵਰਡ ਬੋਲ ਹੀ ਦਿੱਤਾ, ਕੁਐਸਚਨ ਨੰਬਰ 5 ਦੀ ਗੱਲ ਕਰੀਏ, ਸਟੇਟਮੈਂਟ ਸ਼ਨਾਇਆ ਬੋਲਣਾ ਬੇਟੇ ਜਲਦੀ। Hanji. There are 15 buses and ਕੁਐਸਚਨ 750 ਨੰਬਰ 5 students. क्या बेटे में? Question number 5. A 30 centimeter long line. A 30 centimeter long line segment is to be divided in the ratio of 2:3. Find the length of each part. अच्छा एक ਲਾਈਨ ਲਾਈਨ ਹੀ ਕਿਹਾ ਨਾ, ਹਾਂ ਲਾਈਨ ਸੈਗਮੈਂਟ। ਦੇਖੋ ਤੁਹਾਨੂੰ ਦੱਸਿਆ ਸੀ ਨਾ ਲਾਈਨ ਤੇ ਲਾਈਨ ਸੈਗਮੈਂਟ ਚ Yes, ਡਿਫਰੈਂਸ sir. ਦੱਸਿਆ ਸੀ ਹਨਾ। ਤਾਂ ਅਗਰ Yes, ਇੱਥੇ ਉਹ ਲਾਈਨ ਵਰਡ ਕਹਿ ਦਿੰਦੇ ਤਾਂ ਗਲਤ ਹੋ ਜਾਣਾ ਸੀ, ਕਿਉਂਕਿ ਆਪਾਂ ਨੂੰ ਪਤਾ ਲਾਈਨ ਦੀ ਡੈਫੀਨੇਸ਼ਨ ਕੀ ਹੈ। ਲਾਈਨ ਦੇ ਦੋਨਾਂ ਸਾਈਡਸ ਤੇ ਐਰੋ ਹੁੰਦੇ ਆ। ਅਗਰ ਐਰੋ ਹੁੰਦੇ ਆ, ਇਟ ਕੈਨ ਬੀ ਪ੍ਰੋਡਿਊਸਡ ਇਨਫਾਈਨਾਈਟ ਟੂ ਦਾ right hand side as well as on the left hand side। ਤਾਂ ਉਹਦੀ infinite length ਹੁੰਦੀ ਹੈ, but here we are given the
ਫਾਈਨਾਈਟ ਲੈਂਥ ਕਾਊਂਟੇਬਲ ਲੈਂਥ। ਚਲੋ ਆਪਣਾ ਫੋਕਸ ਇਸ ਗੱਲ ਤੇ ਨਹੀਂ ਹੈ, ਆਪਣਾ ਫੋਕਸ ਇਸ ਗੱਲ ਤੇ ਹੈ ਵੀ ਇਹ ਜਿਹੜੀ ਲਾਈਨ ਹੈ ਇਹਨੂੰ ਕਿੰਨੇ ਪਾਰਟਸ ਚ ਡਿਵਾਈਡ ਕੀਤਾ ਗਿਆ 2:3 ਚ ਪਾਰਟ ਡਿਵਾਈਡ ਕੀਤਾ ਗਿਆ। ਮੀਨਸ ਐਗਜ਼ੈਕਟਲੀ ਨਹੀਂ, ਮੀਨਸ ਹਾਫ ਨਹੀਂ ਹੈ, ਮੀਨਸ ਇੱਕ ਪਾਸੇ ਘੱਟ ਹੈ ਤੇ ਇੱਕ ਪਾਸੇ ਜ਼ਿਆਦਾ। ਅੰਦਾਜ਼ੇ ਨਾਲ ਮੈਂ ਇੱਥੇ ਇੱਕ ਡੋਟ ਲਗਾ ਦਿੰਨਾ ਤਾਂ ਕਿ ਆ ਹੋ ਗਏ 2 ਹਿੱਸੇ ਤੇ ਆ ਹੋ ਗਏ 3 ਹਿੱਸੇ। ਇਹ ਗੱਲ ਸਮਝ ਲੱਗੀ ਸਾਰੇ ਬੱਚਿਆਂ ਨੂੰ? Yes, sir. ਠੀਕ ਹੈ। Yes, ਹੁਣ sir. ਆਪਾਂ ਫਾਈਂਡ ਆਊਟ ਕੀ ਕਰਨਾ ਹੈ? ਅੱਛਾ ਜਿਹੜੀ ਉਹੀ ਗੱਲ Find ਹੈ ਨਾ ਜੋ ਮੈਂ out. ਦੱਸਿਆ Find the length of each part. find the length of each part। ਆਪਾਂ ਪਹਿਲੀ ਇਹ ਆਪਾਂ ਤਾਂ ਇਹ ਫਾਰਮੂਲਾ ਹੀ ਬਣਾ ਲਿਆ, length of each part is equal to ਆਪਾਂ ਇਹ ਗੱਲ ਬੜੀ ਡਿਟੇਲ ਚ ਡਿਸਕਸ ਕੀਤੀ ਹੈ ਕਿ length of each part ਜਾਂ ਆਪਾਂ ਉੱਥੇ ਕਿਹਾ ਸੀਗਾ ਵੈਲਿਊ ਆਫ ਈਚ ਪਾਰਟ। ਕਿਵੇਂ ਫਾਈਂਡ ਆਊਟ ਕਰੀਦਾ? ਜਿਹੜੀ ਟੋਟਲ ਲੈਂਥ ਹੈ ਜਾਂ ਟੋਟਲ ਵੈਲਿਊ ਹੈ 30 ਰੁਪਏ ਦੇ ਕੇ ਗਏ ਸੀ ਨਾ ਤੁਹਾਡੇ ਪਾਪਾ ਹਨਾ, ਤਾਂ ਉਹਨੂੰ ਆਪਾਂ ਟੋਟਲ ਕਿੰਨੇ ਪਾਰਟਸ ਕਰਨੇ ਆ, ਨੰਬਰ ਆਫ ਪਾਰਟਸ ਟੋਟਲ ਕਿੰਨੇ 5 ਹੈ, ਉਹਦੇ ਨਾਲ ਡਿਵਾਈਡ ਕਰ ਦੋ ਤਾਂ ਲੈਂਥ ਆਫ ਈਚ ਪਾਰਟ ਆ ਜਾਏਗੀ। ਇਹੀ ਆਇਆ ਸੀ ਉੱਥੇ ਵੀ। Yes, sir. Yes, sir. The 6 आया था. क्वेश्चन खत्म बस। क्या तो सुपर इजी सी। हाँ जी Sir, मैंने बोला खत्म भी हो गया इतनी जल्दी? हाँ, क्योंकि पहले ਆਪਾਂ ਇੰਨਾ ਜਿਹੜਾ ਟਾਈਮ ਲਗਾਇਆ ਹੈ ਉਹ ਕਾਹਦੇ ਵਾਸਤੇ ਲਗਾਇਆ? ਇਸੇ ਵਾਸਤੇ ਲਗਾਇਆ ਤਾਂ ਵੈਲਿਊ ਆਫ ਈਚ ਪਾਰਟ ਟੋਟਲ ਅਮਾਉਂਟ ਡਿਵਾਈਡਡ ਬਾਈ ਟੋਟਲ ਨੰਬਰ ਆਫ ਪਾਰਟਸ। ਆ ਜਿਹੜਾ ਮੰਮੀ ਪਾਪਾ ਦੀ ਗੱਲ, ਇਹ ਮੰਮੀ ਪਾਪਾ ਕੋਈ ਆਪਣੇ ਸਿਲੇਬਸ ਹੈਗੇ ਆ? 30 ਰੁਪਏ ਆਪਣੇ ਸਿਲੇਬਸ ਹੈ ਕੋਈ? ਇੰਨਾ ਟਾਈਮ ਆਪਾਂ ਲਗਾਇਆ ਐਸੇ ਕਰਕੇ ਲਗਾਇਆ ਤਾਂ ਕਿ ਤੁਹਾਨੂੰ ਕੁਐਸਚਨ ਈਜ਼ੀ ਲੱਗਣ। ਮੀਨ ਸਾਰੀ ਐਕਸਰਸਾਈਜ਼ ਮੈਂ ਕਰਵਾਤੀ ਹੈ ਬੇਟੇ, ਤੁਸੀਂ ਆਪਣੇ ਆਪ ਵੀ ਕਰ ਸਕਦੇ ਹੋ। ਹਾਂ ਇੱਥੇ ਇੱਕ ਥੋੜੀ ਜਗ੍ਹਾ ਛੱਡੀ ਹੈ, ਕਿਉਂ ਛੱਡੀ ਹੈ? ਕਿੰਦੇ ਨਾਲ ਡਿਵਾਈਡ ਕੀਤਾ? ਟੋਟਲ ਨੰਬਰ ਆਫ ਪਾਰਟਸ ਦਾ ਪਹਿਲੇ ਟੋਟਲ ਨੰਬਰ ਆਫ ਪਾਰਟਸ ਕੱਢ ਲਓ। ਟੋਟਲ Oh, ਨੰਬਰ ਆਫ ਗੱਲਾਂ ਨਾ ਕਰੋ, total ਟੋਟਲ number ਨੰਬਰ of ਆਫ ਪਾਰਟਸ parts ਇਜ਼ 2 ਇਕੁਅਲ plus ਟੂ 3 2 2 plus plus 3 3 is equals equal to to 5. Now let us proceed to question number 4। स्टेटमेंट पढ़ो, कोई और बच्चा पढ़ दो ਹੁਣ ਫਿਰ ਐਵੇਂ ਤੁਸੀਂ ਕਹੋਗੇ तो मैं पढ़ लूं? ਮੈਂ ਦਾ Sir, ਨਾਮ पहला Sir, जयदीप. ਜੈਦੀਪ ਬੋਲੋ ਬੇਟੇ। मनवीर। Sir, question number 4. ਹਾਂ ਕੁਐਸਚਨ ਨੰਬਰ 4 ਮਨਵੀਰ ਜੈਦੀਪ ਪੜ੍ਹ ਲਵੇ, ਫਿਰ ਕੁਐਸਚਨ ਨੰਬਰ 6 ਜਿਹੜਾ ਹੈ ਮਨਵੀਰ ਪੜ੍ਹ ਦੇਗਾ। ਕੁਐਸਚਨ ਨੰਬਰ 4 ਪੜ੍ਹੋ ਬੇਟੇ। ਕੀ ਨਾਮ ਹੈ ਜੈਦੀਪ? There are 15 buses and 750 students in a school. ਪਹਿਲੇ ਮੈਨੂੰ ਇੱਥੇ ਤੱਕ ਮੈਨੂੰ ਨਾ ਪੂਰੀ ਸਟੇਟਮੈਂਟ ਸਮਝ ਨਹੀਂ ਲੱਗਦੀਗੀ, ਤਾਂ ਕਰਕੇ ਮੈਂ ਫਿਰ ਨਾ ਮੈਥਸ ਵਿੱਚ ਮੈਂ ਕੀ ਕਰਦਾ, ਜੋ ਗਿਵਨ ਹੁੰਦਾ ਨਾ ਪਹਿਲੇ ਉਹਨੂੰ ਰਾਈਟ ਡਾਊਨ ਕਰਦਾ ਰਹਿਣਾ। ਠੀਕ ਹੈ। ਸਭ ਫਸਟ ਆਫ ਆਲ ਆਈ ਵੁੱਡ ਲਾਈਕ ਟੂ write that total number of students is given to be 750। 750. बोलो 750 students in a school. नहीं total Total number of students is equals to equal 750. 750। ठीक है। ਹੁਣ total buses ਕਿੰਨੀ ਹੈ? Total number of buses equals to 15. ਇੰਨੀਆਂ ਬੱਸਾਂ ਸਾਰੇ ਸਟੂਡੈਂਟਸ ਪਤਾ ਨਹੀਂ ਕਿੱਥੇ ਲੈ ਕੇ ਚੱਲੇ ਆ। ਘੁੰਮਣ ਸਹੀ, ਚੱਲੇ ਹੋਣਗੇ, ਇਤਨੇ ਤਾਂ ਦੂਰ ਦੀ ਫਿੱਟ ਵੀ ਟ੍ਰਿਪ ਨਹੀਂ ਤੇ ਆਤੇ। ਚੱਲੇ ਨਾ, ਟ੍ਰਿਪ ਤੇ ਚੱਲੇ ਹੋਣਗੇ ਨਾ। Yes, sir. ਤਾਂ ਉਹਦਾ ਟ੍ਰਿਪ ਯਾਦ ਹੋ ਗਿਆ। ਚਲੋ Sir, शिमला जा रहे हैं इस लगता ਚਲੋ ਕਿੱਥੇ ਜਾ ਰਿਹਾ? है। Sir, शिमला जा रहे होंगे. ਮੈਨੂੰ ਦੇਖਣ ਦੋ ਕਿੱਥੇ ਲਿਖਿਆ ਸ਼ਿਮਲਾ ਯਾਰ। ਫਾਈਂਡ ਦਾ ਰੇਸ਼ੋ ਨਹੀਂ ਲਿਖਿਆ ਸ਼ਿਮਲਾ ਚੱਲੇ ਆਓ। नहीं सर, मैं कह रहा हूँ इतने बसेस ऐसे इतने बसेस आए, इतने बच्चे आ रहे हैं, पक्का शिमला गए होंगे. ਮੈਂ ਪਤਾ ਕਿਉਂ ਕਹਿ ਰਿਹਾ ਤੁਹਾਨੂੰ, ਮੈਂ ਨਾ ਇੱਕ ਗੱਲ ਦੱਸਦਾ। ਜਦੋਂ ਅਸੀਂ when we were in 10th class ਸਾਡੇ ਟੀਚਰ ਨਾ ਸਾਨੂੰ ਪੜ੍ਹਾ ਰਹੇ ਸੀਗੇ। ਸੁਣੋ ਮੇਰੀ ਗੱਲ, ਇਹ ਨਾ ਪੜ੍ਹਾਉਣ ਦਾ ਬੜਾ ਵਧੀਆ ਤਰੀਕਾ ਹੁੰਦਾ ਹੈ। ਸਾਡੇ ਟੀਚਰ ਨਾ ਸਾਨੂੰ ਪੜ੍ਹਾ ਰਹੇ ਸੀਗੇ, ਉਹਦੇ ਚ ਨਾ ਰਿੰਗ ਦੀ ਗੱਲ ਆਈ ਸੀਗੀ। ਉਹਨਾਂ ਨੇ ਰਿੰਗ ਬਣਾਈ। ਠੀਕ ਹੈ। ਉਹ ਰਿੰਗ ਜਿਹੜੇ ਮੈਟਲ ਦੀ ਬਣੀ ਹੋਈ ਸੀ ਹਨਾ। Yes, sir. 10th ਕਲਾਸ ਦੀ ਗੱਲ ਹੈ। ਠੀਕ ਹੈ। ਤਾਂ ਉਹ ਰਿੰਗ ਬਣਾਈ ਹੋਈ ਸੀ ਤੇ ਉਹ ਰਿੰਗ ਤੇ ਕਿੰਨਾ ਮੈਟਲ ਲੱਗਿਆ ਹੋਇਆ ਤੇ ਸਾਡੇ ਸਰ ਕਹਿੰਦੇ ਨਾ ਵੀ ਆ ਰਿੰਗ ਹੈ ਤੇ ਆ ਇੱਥੇ ਜੀ ਸੋਨਾ ਲੱਗਿਆ। ਆ ਜਿਹੜਾ ਪਾਰਟ ਸ਼ੇਡ ਕਰਤਾ ਨਾ ਇੱਥੇ ਸੋਨਾ ਲੱਗਿਆ ਹੈ, 골ਡ ਲੱਗਿਆ ਹੋਇਆ ਹਨਾ। ਤਾਂ ਉਹ ਮੇਰਾ ਫਰੈਂਡ ਕਹਿੰਦਾ ਹੈ ਜੀ 골ਡ ਲੱਗਿਆ ਹੋਇਆ। ਇੱਕ ਮਿੰਟ ਦੇਖਾਂ। ਸਰ ਨਹੀਂ 골ਡ ਨਹੀਂ ਲੱਗਿਆ। ਸਮਝ ਗਏ ਗੱਲ? Yes, sir. ਤਾਂ ਉਸੇ ਤਰ੍ਹਾਂ ਇਹ ਸ਼ਿਮਲਾ ਚੱਲਿਆ ਨਹੀਂ ਸ਼ਿਮਲਾ ਚੱਲੇ, ਮੈਂ ਸਮਝ ਗਿਆ ਸੀਗਾ। ਚਲੋ Yes, sir. ਫਾਈਂਡ ਦਾ ਰੇਸ਼ੋ ਆਫ ਬੋਲੋ। Sir, question बोलो. हाँ स्टेटमेंट ਆਪਾਂ ਇਹ ਕਹਿ ਰਹੇ टोटल बसेस कितनी है 15 है, टोटल स्टूडेंट्स कितने 750 है। Find the ratio of the number of buses to the number of students. ਉਹਦਾ ਪਹਾੜ ਨਿਕਲੀ ਚੁਹੀਆ। ਉਹ ਕੁਝ ਵੀ ਨਹੀਂ ਕਰਨਾ। ਆ ਕਰਾਇਆ ਨਹੀਂ ਯਾਰ। B by G what does it mean? We have to find a ratio number of boys to the number of girls। ਉਹੀ ਚੀਜ਼ Yes, sir, same करना है. हाँ ਕੀ Sir, ਉੱਪਰ ਕੀ question ਲਿਖਣਾ ਹੈ? number ਆਪਾਂ ਕੀ ਲਿਖਾਂਗੇ? ਰਿਕੁਆਇਰਡ ਰੇਸ਼ੋ Required- ਨਾ। ਮੈਨੂੰ ਬੋਲਣ ਦਿਓ ਪਲੀਜ਼ ਰਿਕੁਆਇਰਡ। ਮੈਨੂੰ ਪਤਾ ਤੁਹਾਨੂੰ
ਮੇਰੇ ਕਰਾਉਣ ਤੋਂ ਪਹਿਲੇ ਹੀ ਆਂਦਾ ਹੈ, ਪਰ ਫਿਰ ਵੀ ਮੈਨੂੰ ਕਰਾ ਲੈਣ ਦੋ। ਰਿਕੁਆਇਰਡ ਰੇਸ਼ੋ ਠੀਕ ਹੈ, ਨੰਬਰ ਆਫ ਬੱਸਿਸ ਟੂ, ਜਿਹੜੀ ਚੀਜ਼ ਪਹਿਲੇ ਕੀ ਗਈ ਹੈ ਉਹਨੂੰ ਉੱਪਰ ਲਿਖੋ। ਨੰਬਰ ਪਹਿਲੇ ਆਪਾਂ ਨੰਬਰ ਆਫ buses, ਬੱਸਿਸ, ਟੂ ਦਾ ਮਤਲਬ ਬਟਾ, ਦਾ ਨੰਬਰ ਆਫ ਸਟੂਡੈਂਟਸ। number of students, number of students, ਠੀਕ ਹੈ, ਹੁਣ ਨੰਬਰ ਆਫ ਬੱਸਿਸ ਦਿੱਤਾ ਹੋਇਆ ਆਪਾਂ ਨੂੰ, equals to, sir, equals to 15 by ਨੰਬਰ ਆਫ 750. ਸਟੂਡੈਂਟਸ 750 ਠੀਕ ਹੈ। ਆ 7 ਮੈਂ ਸਾਫ਼ ਲਿਖ ਦੇਵਾਂ ਠੀਕ ਹੈ। ਤਾਂ 15 ਦੇ ਟੇਬਲ 'ਚ 75 ਆਂਦਾ ਜਾਂ 5 ਤੇ ਡਿਵਾਈਡ ਕਰ ਲਓ। 15 ਦਾ ਟੇਬਲ ਮੈਨੂੰ ਆਂਦਾ 15 5s are 75 ਨਾਲ 0 ਹੈ, ਤਾਂ ਇਹਨੂੰ ਕੈਨਸਲ ਕਰਕੇ 0 ਵੀ ਲਿਖਤਾ, 1/50 ਆ ਗਿਆ ਹਨਾ। ਪਰ ਰੇਸ਼ੋ ਕਿੰਨੀ ਆਏਗੀ, ਰਿਕੁਆਇਰਡ Required ratio ਰੇਸ਼ੋ is is 1 1 by 1:50. 1:50 ਠੀਕ ਹੈ। ਸਾਰੇ Yeah. ਬੱਚਿਆਂ ਨੂੰ ਸਮਝ ਲੱਗ ਗਿਆ? ਜੇ ਕਿਸੇ ਨੂੰ ਕੋਈ ਡਾਊਟ ਹੈ ਤਾਂ ਪੁੱਛ ਲਓ ਜਲਦੀ ਪਲੀਜ਼। So कोई doubt नहीं. ਕੋਈ ਡਾਊਟ ਨਹੀਂ, बहुत ही ਬਹੁਤ ਈਜ਼ੀ ਹੈ। ਕਿੰਨੇ ਗਿਆ? Sir, Manveer. ਸ਼ੁਕਰ ਹੈ ਰੱਬ ਦਾ, ਬਹੁਤ ਈਜ਼ੀ ਕਹੋਗੇ ਨਾ ਮਨ ਨੂੰ ਖੁਸ਼ੀ ਬਹੁਤ ਹੁੰਦੀ ਹੈ। ਚਲੋ ਆ ਦੇਖੋ, ਆ ਰੁਪਈਆਂ ਦੀ ਗੱਲ ਆ ਗਈ। ਮਨਵੀਰ ਤੁਹਾਡੀ ਵਾਰੀ ਹੈ, ਪੜੋ ਬੇਟੇ ਸਟੇਟਮੈਂਟ। divide rupees ਉੱਚੀ 480 ਬੇਟੇ, ਤੁਹਾਡੀ ਆਵਾਜ਼ ਘੱਟ ਆਉਂਦੀ ਹੈ। divide rupees 480 between Vasu and Shobit in the ratio of 3:7. ਸੇਮ ਉਹੀ ਕੁਐਸਚਨ ਬਣ ਗਿਆ ਨਾ, ਆਪਾਂ ਸਟਾਰਟਿੰਗ 'ਚ ਗੱਲ ਕੀਤੀ ਸੀਗੀ। ਤੁਹਾਡੇ ਪਾਪਾ 30 ਰੁਪਏ ਦੇ ਕੇ ਗਏ ਠੀਕ ਹੈ, ਤੇ ਇਹਨੂੰ ਡਿਵਾਈਡ ਕਰਨਾ ਹੈ 3:7 ਦੇ ਵਿੱਚ। 3 ਹਿੱਸੇ ਛੋਟੇ ਭਰਾ ਨੂੰ ਤੇ 7 ਹਿੱਸੇ ਵੱਡੇ ਭਰਾ ਨੂੰ। ਤਾਂ ਆਪਾਂ ਕੀ ਕੀਤਾ ਸੀਗਾ, ਆਪਾਂ ਕਿਹਾ ਸੀ ਟੋਟਲ ਪਾਰਟਸ ਇਹਦੇ 10 ਹੋ ਗਏ, 30 ਨੂੰ 10 ਨਾਲ ਡਿਵਾਈਡ ਕਰਤਾ, ਤਾਂ ਜਿਹੜਾ 3 ਆ ਗਿਆ ਹਨਾ, ਇੱਕ ਪਾਰਟ ਦੀ ਵੈਲਿਊ ਆ ਗਈ ਹਨਾ 3 into, ਮੈਂ ਉਮੀਦ ਕਰਦਾ ਤੁਹਾਨੂੰ ਸਮਝ ਲੱਗ ਗਿਆ। Yes, sir. ਚਲੋ ਗੱਲ ਸੇਮ ਹੈ, ਬਸ 30 ਦੀ ਥਾਂ ਤੇ 480 ਆ ਗਿਆ। ਆਪਾਂ ਉੱਥੇ 2:3 ਜਾਂ 1:2 ਰਿਹਾ ਸੀ, ਇੱਥੇ 3:7 ਆ ਗਿਆ। ਮੈਂ ਤੁਹਾਨੂੰ ਪਹਿਲੇ ਹੀ ਕਿਹਾ ਕਿ ਆਪਾਂ ਇੰਨੀ ਜਿਹੜੀ ਡਿਸਕਸ਼ਨ ਕੀਤੀ ਸੀਗੀ ਉਹ ਐਸੇ ਕਰਕੇ ਕੀਤੀ ਸੀ ਕਿ ਚੈਪਟਰ ਆਲਰੇਡੀ ਵੀ ਹੈਡ ਡਨ ਠੀਕ ਹੈ। ਆਪਾਂ ਇਹ ਲਿਖਦੇ ਹਾਂ, ਲਿਖਣ ਦਾ ਤਰੀਕਾ ਕੀ ਹੋਣਾ ਚਾਹੀਦਾ ਹੈ, ਪਹਿਲੇ ਆਪਾਂ ਲਿਖ ਲੈਂਦੇ ਆ ਟੋਟਲ Total ਮਨੀ total money. 480 ਰੁਪਏ, 480 ਰੁਪਏ ਠੀਕ ਹੈ। Yes, sir. ਤਾਂ ਰੇਸ਼ੋ ਇਨ ਵਿਚ ਇਟ ਇਜ਼ ਟੂ ਬੀ ਡਿਵਾਈਡਡ, So 3 ਰੇਸ਼ੋ Ratio in which ਵਿਚ divided the money the money divided. ਮੇਰੀ ਰਾਈਟਿੰਗ ਬਹੁਤ ਸਾਫ਼ ਹੈ ਬੇਟੇ। ਰਾਈਟਿੰਗ ਮੇਰੀ ਤਾਂ ਸਾਫ਼ ਹੈ ਕਿਉਂਕਿ ਇਸ ਤਰ੍ਹਾਂ ਤਾਂ ਹੁੰਦੀ ਹੈ, ਪੈਨ ਟੈਬਲੇਟ ਤੇ ਲਿਖਣਾ ਈਜ਼ੀ ਟਾਸਕ ਨਹੀਂ ਹੁੰਦਾ। the ratio in which the money is to be Is to be ratio in which the money is to be divided, ਕਿੰਨੀ is to ਰੇਸ਼ੋ be ਚ ਡਿਵਾਈਡ divided ਕਰਨੀ ਹੈ? equals to 3:7 3:7. 3:7 ਚ ਡਿਵਾਈਡ ਕਰਨੀ ਹੈ ਠੀਕ ਹੈ। ਤਾਂ ਇੱਥੇ ਆਪਾਂ ਪਹਿਲੇ ਕੀ ਲਿਖਾਂਗੇ, ਆਪਣਾ ਆਪਾਂ ਕਿਵੇਂ ਕਰਦੇ ਹੁੰਦੇ, ਵੈਲਿਊ ਆਫ ਈਚ ਪਾਰਟ Value ਕੱਢ ਕੇ each ਫਿਰ part. ਫਿਰ ਵਾਸੂ ਦਾ ਕੀ ਕਰਾਂਗੇ, 3 ਨਾਲ ਮਲਟੀਪਲਾਈ ਕਰ ਦਾਂਗੇ ਉਸ ਪਾਰਟ ਨੂੰ, ਸ਼ੋਭਿਤ ਵਾਸਤੇ 7 ਨਾਲ ਮਲਟੀਪਲਾਈ ਕਰ ਦਾਂਗੇ। Money received by Vasu. ਇੱਕ ਮਿੰਟ ਮੈਂ ਇਰੇਜ਼ ਕਰ ਦਵਾਂ। मैं सोने का सिक्का यूज कर दो। जगह बन गई है। Received spelling बोले RECEID, received by Vasu. वासु। फिर क्या लिखेंगे, मनी Money received by received by शोभित, Shobit. BH शोभित ठीक है। ਤਾਂ ਕਿੰਨੀ ਕਿੰਨੀ ਮਨੀ ਮਿਲੇਗੀ ਉਹਨਾਂ ਨੂੰ, ਮੀਨਸ 3 ਨਾਲ ਤੇ 7 ਨਾਲ ਮਲਟੀਪਲਾਈ ਕਰਨਾ ਹੈ ਵੈਲਿਊ ਆਫ ਈਚ ਪਾਰਟ ਠੀਕ ਹੈ। ਤਾਂ ਵੈਲਿਊ ਆਫ ਈਚ ਪਾਰਟ ਪਹਿਲੇ ਕੱਢ ਦਿੰਦੇ ਆ, ਵੈਲਿਊ ਆਫ ਈਚ ਪਾਰਟ ਕਿਵੇਂ ਫਾਈਂਡ ਆਊਟ ਕਰਾਂਗੇ ਬੇਟੇ, ਬੋਲਿਓ। ਮੈਂ ਨਾ ਇਹ ਚਾਹਤਾ ਹਾਂ ਨਾ ਬੇਟੇ, ਇਹ ਐਕਸਪੈਕਟ ਕਰਦਾ ਕਿ ਮੇਰੇ ਲਿਖਣ ਤੋਂ ਪਹਿਲੇ ਤੁਸੀਂ ਬੋਲਦਿਆ ਕਰੋ ਹਨਾ, ਜੇ ਸਮਝਾ ਰਿਹਾ ਹਾਂ ਉਦੋਂ ਨਾ ਬੋਲਿਆ ਕਰੋ। ਵੈਲਿਊ ਆਫ ਈਚ ਪਾਰਟ ਕਿਵੇਂ ਫਾਈਂਡ ਆਊਟ ਕਰੋਗੇ, ਟੋਟਲ ਮਨੀ ਕਿੰਨੀ ਹੈ 480, Sir 480. Sir divided by required each part. Sir total जितना भी number of required. divided by total number of parts, total number of Part. ਪਾਰਟਸ। ਟੋਟਲ ਉਸ ਮਨੀ ਦੇ ਕਿੰਨੇ ਪਾਰਟ ਕਰਨੇ ਆ,
3 + 7 10 ਪਾਰਟਸ ਟੋਟਲ ਕਰਨੇ ਆ। ਤਾਂ ਜਦੋਂ 10 ਨਾਲ ਡਿਵਾਈਡ ਕਰਾਂਗੇ 0 ਨਾਲ 0 ਕੈਂਸਲ ਹੋ ਗਈ, ਜਾਂ 10 ਤੇ ਡਿਵਾਈਡ ਕਰੋਗੇ 48 ਆ ਜਾਏਗਾ। ਠੀਕ ਹੈ, 48 ਰੁਪੀਸ ਐਂਡ ਯੂਨਿਟਸ। ਠੀਕ ਹੈ, ਤਾਂ ਕੀ ਕਰੋ, ਵਾਸੂ ਨੂੰ ਕਿੰਨੀ ਮਨੀ ਮਿਲੀ 3, ਵਾਸੂ ਦੀ ਰੇਸ਼ੋ ਕਿੰਨੀ ਹੈ 3 ਹੈ, ਤਾਂ 48 ਨੂੰ 3 ਨਾਲ ਮਲਟੀਪਲਾਈ ਕਰਤਾ। ਸ਼ੋਭਿਤ ਵਾਸਤੇ ਰੇਸ਼ੋ ਕਿੰਨੀ ਹੈ 7 ਹੈ, ਸ਼ੋਭਿਤ ਐਲਡਰ ਬ੍ਰਦਰ ਹੋਏਗਾ, ਤਾਂ ਉਹਨੂੰ ਵੀ ਉਹਦੀ ਰੇਸ਼ੋ ਨੂੰ 7 ਨੂੰ 48 ਨਾਲ ਮਲਟੀਪਲਾਈ ਕਰਤਾ। ਜਦੋਂ ਤੁਸੀਂ 48 ਨੂੰ 3 ਨਾਲ ਮਲਟੀਪਲਾਈ ਕਰੋਗੇ ਤੇ 7 ਨਾਲ ਮਲਟੀਪਲਾਈ ਕਰੋਗੇ ਤਾਂ ਆਨਸਰ ਆ ਜਾਏਗਾ। ਹਾਂਜੀ ਬੇਟੇ, ਤੇ ਵਾਸੂ ਘਰ ਹੈ 144 ਸਰ ਔਰ ਹਾਂਜੀ 48 ਨੂੰ ਅਗਰ ਆਪਾਂ 3 ਨਾਲ ਮਲਟੀਪਲਾਈ ਕਰਾਂਗੇ ਤਾਂ ਆਪਣੇ ਕੋਲ 144 ਆ ਜਾਏਗਾ। ਠੀਕ ਹੈ, ਅਗਰ ਆਪਾਂ ਸ਼ੋਭਿਤ ਦੀ 336 ਸ਼ੋਭਿਤ ਨੂੰ ਕਿੰਨੇ ਰੁਪਏ ਮਿਲੇ, ਅਗਰ ਆਪਾਂ ਇਹ ਚੀਜ਼ ਫਾਈਂਡ ਆਊਟ ਕਰਨੀ ਹੈ, ਇਹਨਾਂ ਨੂੰ ਮਲਟੀਪਲਾਈ ਕਰਾਂਗੇ 7 ਤੇ 48 ਨੂੰ ਮਲਟੀਪਲਾਈ ਕਰਾਂਗੇ, ਵੀ ਸ਼ੈਲ ਗੈਟ 336। ਅਗਰ ਤੁਸੀਂ ਇਹ ਆਨਸਰ ਦਿੰਦੇ ਹੋ ਤਾਂ ਤੁਹਾਨੂੰ ਪੂਰੇ ਮਾਰਕਸ ਨਹੀਂ ਮਿਲਣਗੇ। यस सर। ਕਾਰਨ ਦੱਸੋ ਬੇਟੇ। ਯੈਸ ਨਹੀਂ, हमने इसको ऐसे लिखना है रुपीज यूनिट्स नहीं पाए बेटे, यूनिट्स नहीं लिखे Yes, sir. यूनिट्स Yes, नहीं लिखे। One Amount ਦੀ rupees ਮਨੀ ਦੀ ਗੱਲ ਚੱਲ ਰਹੀ ਹੈ ਨਾ, Yes, sir. ਮਨੀ ਦੇ ਜੇ ਹੁਣ ਮੰਨ ਲਓ ਗੱਲ ਹੀ ਨੰਬਰ ਆਫ ਸਟੂਡੈਂਟਸ ਦੀ ਗੱਲ ਚੱਲ ਰਹੀ ਹੈ, ਤਾਂ ਨੰਬਰ ਆਫ ਸਟੂਡੈਂਟਸ 15 ਜਾਂ ਨੰਬਰ ਆਫ ਬੱਸਿਸ, ਨੰਬਰ ਦੇ ਵਿੱਚ ਕੋਈ ਯੂਨਿਟਸ ਨਹੀਂ ਹੁੰਦੇਗੇ, ਪਰ ਜੇ ਅਮਾਉਂਟ ਦੀ ਗੱਲ ਚੱਲ ਰਹੀ ਹੈ ਤਾਂ ਯੂਨਿਟਸ ਲਿਖਣੇ ਜ਼ਰੂਰੀ ਹੈ। ਰੁਪੀਸ 1 ਮੀਨਸ rupees Vasu 144 will get rupees 144 and Shobit will get rupees 336. ठीक है, two numbers are in the ratio 8 ratio 7. Their sum is 60. Find the number. मतलब कि दो नंबर्स ਦੀ ਰੇਸ਼ੋ ਦਿੱਤੀ ਹੋਈ ਹੈ 8 ਤੇ 7 ਦੀ ਰੇਸ਼ੋ ਚ ਹੈ। ਠੀਕ ਹੈ, ਪਰ 8 ਤੇ 7 ਨੂੰ ਜੇ ਆਪਾਂ ਐਡ ਕਰਾਂਗੇ 15 ਆ ਜਾਏਗਾ, 60 ਦਾ ਨਹੀਂ ਨਾ ਆਇਆ। ਗੈਟਿੰਗ ਮਾਈ ਪੁਆਇੰਟ। यस सर। ਮੀਨਸ ਰੇਸ਼ੋ ਚ ਕੀ ਹੈ, ਜਿਵੇਂ ਆਪਾਂ ਕਹਿੰਦੇ ਆ ਕਿ 30 ਰੁਪੀਸ ਹੈ ਹਨਾ, ਇੱਕ ਹਿੱਸਾ ਤੁਸੀਂ ਛੋਟੇ ਬ੍ਰਦਰ ਨੂੰ ਦੇਣਾ, ਦੋ ਹਿੱਸੇ ਆਪ ਰੱਖਣੇ, ਮੀਨਸ 10 ਰੁਪੀਸ ਉਹਨੂੰ ਦੇਣੇ ਹੈ। ਆਪਾਂ ਸਟਾਰਟਿੰਗ ਚ ਕੀ ਕਿਹਾ ਹੈ, ਟੋਟਲ 30 ਰੁਪੀਸ ਹੈ। ਠੀਕ ਹੈ, 1:2 ਚ ਡਿਵਾਈਡ ਕਰਨੇ ਹੈ, ਤੇ ਤੁਸੀਂ ਕਿਹਾ ਜੀ ਛੋਟੇ ਬ੍ਰਦਰ ਨੂੰ, ਯੰਗਰ ਬ੍ਰਦਰ ਨੂੰ 10 ਰੁਪੀਸ ਦੇਵਾਂਗੇ ਤੇ ਆਪਦੇ ਕੋਲ 20 ਰੁਪੀਸ ਰੱਖਾਂਗੇ। ਦੋਨਾਂ ਦਾ ਸਮ ਕਿੰਨਾ ਆ ਗਿਆ 30 ਆ ਗਿਆ। ਠੀਕ ਹੈ, ਪਰ 1 ਤੇ ਰੇਸ਼ੋ ਦਾ ਸਮ ਜਿਹੜਾ 3 ਨਹੀਂ ਹੈ, ਉਸੇ ਤਰੀਕੇ ਨਾਲ ਆ ਰੇਸ਼ੋ ਦਾ ਸਮ ਤੇ ਇਹਦੇ ਵਿੱਚ ਫਰਕ ਹੈ। ਠੀਕ ਹੈ, ਸਮਝ ਰਹੇ ਹੋ ਮੇਰੀ ਗੱਲ। यस सर। ਮੀਨਸ ਉਹਨਾਂ ਨੇ ਕਿਹਾ ਹੈ ਕਿ ਆ ਜਿਹੜਾ ਤੁਸੀਂ ਮੈਨੂੰ ਆਨਸਰ ਦੱਸੇ ਸੀ 10 ਤੇ 20, ਆ ਚੀਜ਼ ਉਹਨਾਂ ਨੇ ਪੁੱਛੀ ਹੈ ਵੀ ਇਹ ਨੰਬਰਸ ਐਕਚੁਅਲੀ ਕੀ ਹੈ। ਉਹਨਾਂ ਦੀ ਰੇਸ਼ੋ 8:7 ਹੈ, ਐਕਚੁਅਲੀ ਇਹ ਨੰਬਰ ਕੀ ਹੈ। ਤਾਂ ਆਪਣਾ ਤਰੀਕਾ ਕੀ ਹੈ, ਆਪਾਂ ਬੜੀ ਦੇਰ ਦਾ ਇਹੀ ਗੱਲ ਡਿਸਕਸ ਕਰ ਰਹੇ ਹਾਂ ਕਿ ਆਪਾਂ ਈਚ ਪਾਰਟ ਦੀ ਵੈਲਿਊ ਫਾਈਂਡ ਆਊਟ ਕਰ ਲੈਂਦੇ ਹਾਂ ਤੇ ਉਹਨੂੰ 8 ਨਾਲ ਤੇ 7 ਨਾਲ ਮਲਟੀਪਲਾਈ ਕਰਾਂਗੇ ਤਾਂ ਦੋਨਾਂ ਨੰਬਰਸ ਦੀ ਡਿਫਰੈਂਟ ਵੈਲਿਊ, ਅਲੱਗ-ਅਲੱਗ ਵੈਲਿਊ ਪਤਾ ਲੱਗ ਜਾਏਗੀ। यस सर। ਓਕੇ ਬੇਟੇ, यस। ਤਾਂ ਆਪਾਂ ਕੀ ਲਿਖਾਂਗੇ, ਸਮ ਆਫ ਰੇਸ਼ੋ ਉਹਨੂੰ ਆਪਾਂ ਕੀ ਕਹਿੰਦੇ, ਟੋਟਲ ਨੰਬਰ ਆਫ ਪਾਰਟਸ, total number of parts 8 plus equals to 8 plus 7 is equal to 15. ਇੱਥੇ ਉੱਪਰ ਲਿਖ ਲਓ ਰੇਸ਼ੋ ਆਫ Ratio of numbers ਰੇਸ਼ੋ ਆਫ of number equals to 8:7 is equal to 8:7. ਠੀਕ ਹੈ, ਤਾਂ ਟੋਟਲ ਸਮ देयर ਸਮ ਜਾਂ ਟੋਟਲ sum of numbers, the total sum of number equals to sum of numbers is equal to 60. ठीक है, value of each part ਕਿਵੇਂ find out ਕਰੀਦਾ ਹੈ, value of each ਜਿਹੜਾ part ਟੋਟਲ ਹੈ ਉਹਨੂੰ ਆਪਾਂ ਟੋਟਲ ਨੰਬਰ ਆਫ ਪਾਰਟਸ ਨਾਲ ਡਿਵਾਈਡ ਕਰ ਦਈਦਾ 60/15. 60/15। ਠੀਕ ਹੈ, ਤਾਂ ਕੈਂਸਲੇਸ਼ਨ ਕਰੋ, ਕਿਹੜੇ ਟੇਬਲ ਤੇ ਕਰੋਗੇ। 5. So 5. 5 ਦੇ ਟੇਬਲ 'ਚ 15 3 ਤੇ ਆਂਦਾ, 5 ਦੇ ਟੇਬਲ 'ਚ 60 ਕਿੱਥੇ ਆਂਦਾ ਹੈ, Sir 12 जा. 12 5 ਦਾ 60। ਹੋਰ ਕੈਂਸਲੇਸ਼ਨ ਹੋ ਸਕਦੀ ਹੈ। Yes sir. Sir 3 1 का 3 3 4 जा 12. ਠੀਕ ਹੈ, ਤਾਂ 4/1 ਆ ਗਿਆ, ਨੀਚੇ 1 ਹੋਵੇ ਆਪਾਂ ਛੱਡ ਦਿੰਨੇ ਆ। ਠੀਕ ਹੈ, ਤਾਂ ਇਹ ਵੈਲਿਊ ਆਫ ਈਚ ਪਾਰਟ, ਇਹ ਮਨੀ ਦੀ ਗੱਲ ਹੈ, No sir. ਨੰਬਰਸ ਦੀ ਗੱਲ ਹੈ, ਤਾਂ ਇਹਦੇ ਯੂਨਿਟਸ ਨਹੀਂ ਆਣਗੇ। ਠੀਕ ਹੈ, ਹੁਣ ਕੀ ਹੈ, ਫਾਈਂਡ ਦਾ ਨੰਬਰਸ, ਤਾਂ ਆਪਾਂ ਲਿਖਾਂਗੇ ਫਸਟ ਨੰਬਰ। ਦੋਨੋਂ ਨੰਬਰ ਫਾਈਂਡ ਆਊਟ ਕਰਨੇ ਆ, ਦੋਨਾਂ ਨੰਬਰਸ ਦੀ ਐਕਚੁਅਲ ਵੈਲਿਊ ਚਾਹੀਦੀ ਹੈ 10 ਤੇ 20 ਜਿਵੇਂ ਹੈ ਨਾ, ਉਵੇਂ ਫਸਟ ਨੰਬਰ ਤੇ ਸੈਕਿੰਡ ਨੰਬਰ
फर्स्ट ਦੋਨਾਂ नंबर ਦੀ ਵੈਲਿਊ ਕੀ ਹੋਏਗੀ ਫਰਸਟ ਨੰਬਰ ਫਾਈंड आउट करना है ਤਾਂ 8 मल्टीप्लाई बाय 4 ਵੈਰੀ ਗੁੱਡ ਕੀ ਬਾਤ ਹੈ ਮਨ ਖੁਸ਼ ਕਰਤਾ ਸੈਕਿੰਡ ਨੰਬਰ ਫਾਈंड आउट करना है ਤਾਂ 7 मल्टीप्लाई बाय 4 ਠੀਕ ਹੈ 8 ਨੂੰ 4 ਨਾਲ ਮਲਟੀਪਲਾਈ ਕਰਾਂਗੇ ਤਾਂ 3 32 7 ਨੂੰ 4 ਨਾਲ ਮਲਟੀਪਲਾਈ ਕਰਾਂਗੇ 28 ਠੀਕ ਹੈ ਚੈੱਕ ਕਰ ਲੈ ਜੇ ਸਮ ਜਿਹੜਾ 8 ਤੇ 2 10 ਤੇ 3 ਤੇ 2 5 ਤੇ 6 60 ਸਮ 60 ਆ ਗਿਆ ਠੀਕ ਹੈ ਮੇਰੇ ਵੱਲੋਂ ਲੈਕਚਰ ਓਵਰ ਹੈ ਕਿਸੇ ਦਾ ਕੋਈ ਡਾਊਟ ਹੈ ਤਾਂ ਪੁੱਛ ਲਓ नो सर